ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਰਮਣ ਕਉ ਰਾਮ ਕੇ ਗੁਣ ਬਾਦ, ਸਾਧ ਸੰਗ ਧਿਆਈਐ ਪਰਮੇਸ਼ਰ, ਅੰਮ੍ਰਿਤ ਜਾ ਕੇ ਸਵਾਦ। ਰਮਣ ਕਉ ਰਾਮ ਕੇ ਗੁਣ ਬਾਦ, ਸਾਧ ਸੰਗ ਧਿਆਈਐ ਪਰਮੇਸ਼ਰ, ਅੰਮ੍ਰਿਤ ਜਾ ਕੇ ਸਵਾਦ। ਰਹਾਉ ਸਿਮਰਤ ਏਕ ਅਚੁਤ ਅਵਿਨਾਸੀ, ਬਿਨ ਸੇ ਮਾਇਆ ਭਾਮਾਦ। ਸਹਿਜ ਆਨੰਦ ਅਨਹਤ ਧੁਨ ਬਾਣੀ, ਬਹੁਰ ਨ ਭਏ ਬਿਖਾਦ। ਸਨਕਾਦਿਕ ਬ੍ਰਹਮਾਦਿਕ ਗਾਵਤ, ਗਾਵਤ ਸੁਖ ਪ੍ਰਹਿਲਾਦ। ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਬਿਸਮਾਦ। ਸਨਕਾਦਿਕ ਬ੍ਰਹਮਾਦਿਕ ਗਾਵਤ, ਗਾਵਤ ਸੁਖ ਪ੍ਰਹਿਲਾਦ। ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਬਿਸਮਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਸਰਬ ਕਲਾ ਸਮਰੱਥ ਸਤਿਗੁਰੂ, ਜੁਗੋ ਜੁਗ ਅਟਲ, ਜਹਰਾ ਜਹੂਰ ਅਤੇ ਹਾਜ਼ਰਾ ਹਜੂਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਣ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਵੱਡਭਾਗੀ ਗੁਰੂ ਸਾਧ ਸੰਗਤ ਜੀਓ। ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਅਤੇ ਗੁਰੂ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਆਪ ਜੀ ਬੜੇ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਉਸ ਵਿਚਾਰ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਪਰਮਾਤਮਾ ਨੇ ਮਨੁੱਖ ਨੂੰ ਬੇਅੰਤ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਉਹਨਾਂ ਸਾਰੀਆਂ ਦਾਤਾਂ ਚੋਂ ਇੱਕ ਮਹਾਨ ਦਾਤ ਜਿਹਨੂੰ ਆਪਾਂ ਯਾਦਾਸ਼ਤ ਕਹਿੰਦੇ ਹਾਂ, ਸਿਮਰਨ ਸ਼ਕਤੀ, ਮੈਮੋਰੀ ਜਿਹਨੂੰ ਆਪਾਂ ਕਹਿੰਦੇ ਹਾਂ। ਬਾਕੀ ਸਾਰੀਆਂ ਜੂਨਾਂ ਨਾਲੋਂ ਮਨੁੱਖ ਦੀ ਜੇ ਉੱਤਮਤਾ ਹੈ, ਸ੍ਰੇਸ਼ਟਤਾ ਹੈ, ਜਾਂ ਜਿਸ ਕਰਕੇ ਮਨੁੱਖ ਮਹਾਨ ਗਿਣਿਆ ਜਾਂਦਾ ਹੈ, ਤਾਂ ਇਸ ਯਾਦ ਸ਼ਕਤੀ ਕਰਕੇ ਹੀ ਹੈ। ਇਹ ਯਾਦ ਸ਼ਕਤੀ ਕਰਕੇ ਹੀ ਮਨੁੱਖ ਬੀਤ ਚੁੱਕੀਆਂ ਗੱਲਾਂ ਨੂੰ ਚੇਤੇ ਕਰਦਾ ਹੈ, ਉਹਨਾਂ ਤੋਂ ਸਿੱਖਦਾ ਹੈ ਤੇ ਆਉਣ ਵਾਲੇ ਸਮੇਂ 'ਚ ਹੋਰ ਅੱਗੇ ਵੱਧਦਾ ਹੈ। ਜਿੱਥੋਂ ਤੱਕ ਖਾਣ ਪੀਣ ਪਹਿਨਣ ਦੀ ਗੱਲ ਹੈ, ਖਾਣ ਵਿੱਚ ਵੀ ਮਨੁੱਖ ਬਹੁਤ ਅੱਗੇ ਨਹੀਂ ਹੈ, ਸਿਰਫ ਇਹਨੂੰ ਭਰਮ ਹੀ ਹੈ। ਜਿੰਨੇ ਤਾਜ਼ੇ ਮੇਵੇ ਪੰਛੀ ਖਾਂਦੇ ਨੇ ਮਨੁੱਖ ਨੂੰ ਕਦੀ ਨਹੀਂ ਮਿਲਦੇ। ਜਿੰਨਾ ਤਾਜ਼ਾ ਦੁੱਧ ਗਊ ਦਾ ਵੱਛਾ ਪੀ ਲੈਂਦਾ ਉਹਨਾਂ ਤੇ ਮਨੁੱਖ ਨੂੰ ਕਦੀ ਵਧੀਆ ਮਿਲਦਾ ਹੀ ਨਹੀਂ ਹੈ। ਜਿੰਨੀ ਸੁੰਦਰ ਪੋਸ਼ਾਕ ਪੰਛੀਆਂ ਨੂੰ ਰੱਬ ਨੇ ਦਿੱਤੀ ਹੈ, ਉਹ ਕਦੀ ਮੈਲੀ ਨਹੀਂ ਹੁੰਦੀ। ਕਬੂਤਰ ਕਿੰਨੇ ਚਿੱਟੇ ਰੰਗ ਦਾ ਹੁੰਦਾ, ਪਰ ਉਹਦੇ ਚਿੱਟੇ ਰੰਗ ਤੇ ਕਦੀ ਦਾਗ ਤੁਸੀਂ ਦੇਖਿਆ? ਮੋਰ ਦੀ ਕਿੰਨੀ ਸੁੰਦਰ ਖੂਬਸੂਰਤ ਪੋਸ਼ਾਕ ਹੈ, ਨਿਤ ਨਵੀਂ ਰਹਿੰਦੀ ਹੈ, ਕਦੀ ਮੈਲੀ ਨਹੀਂ ਹੁੰਦੀ, ਉਹਨੂੰ ਸਾਬਣ ਲਾ ਕੇ ਧੋਣਾ ਵੀ ਨਹੀਂ ਪੈਂਦਾ। ਲੇਕਿਨ ਮਨੁੱਖ ਨੇ ਜਿੰਨੀਆਂ ਮਰਜ਼ੀ ਸੋਹਣੀਆਂ ਕੀਮਤੀ ਪੋਸ਼ਾਕਾਂ ਬਣਾਈਆਂ ਹੋਣ, ਪਾਈਆਂ ਹੋਣ, ਉਹ ਤੇ ਕੁਝ ਚਿਰ ਪਹਿਲੋਂ ਫਿਰ ਪਸੀਨੇ ਦੇ ਨਾਲ ਮੈਲੀਆਂ ਹੋ ਜਾਂਦੀਆਂ ਨੇ। ਮਨੁੱਖ ਖਾਣ ਪੀਣ ਪਹਿਨਣ ਕਰਕੇ ਨਹੀਂ, ਮਨੁੱਖ ਦੀ ਉੱਤਮਤਾ ਹੈ ਯਾਦਾਸ਼ਤ ਕਰਕੇ, ਸਿਮਰਨ ਸ਼ਕਤੀ ਕਰਕੇ। ਸਿਮਰਨ ਸ਼ਕਤੀ ਇੱਕ ਮਹਾਨ ਦਾਤ ਹੈ ਪਰਮਾਤਮਾ ਦੀ,
ਲੇਕਿਨ ਇਹਨੂੰ ਵਰਤਣ ਵਿੱਚ ਮਨੁੱਖ ਸੁਤੰਤਰ ਹੈ। ਜਿਵੇਂ ਅੱਖਾਂ ਨੇ, ਅੱਖਾਂ ਰੱਬ ਨੇ ਦੇ ਦਿੱਤੀਆਂ, ਕੀ ਦੇਖਣਾ ਇਹ ਦੇਖਣ ਵਾਲੇ ਦੀ ਮਰਜ਼ੀ ਹੈ। ਉਹਨੇ ਚੰਗਾ ਦੇਖਣਾ, ਮਾੜਾ ਦੇਖਣਾ। ਰਸਨਾ ਹਰ ਮਨੁੱਖ ਨੂੰ ਦਿੱਤੀ ਹੈ, ਇਹਦੇ ਨਾਲ ਕੀ ਬੋਲਣਾ ਇਹ ਮਨੁੱਖ ਦੀ ਮਰਜ਼ੀ ਹੈ। ਯਾਦਾਸ਼ਤ ਦੇ ਨਾਲ ਕੀ ਯਾਦ ਕਰਨਾ ਇਹ ਵੀ ਮਨੁੱਖ ਦੀ ਮਰਜ਼ੀ ਹੈ। ਉਹਨੇ ਮਾੜੀਆਂ ਗੱਲਾਂ ਚੇਤੇ ਕਰਨੀਆਂ ਨੇ, ਬੁਰੀਆਂ ਗੱਲਾਂ ਚੇਤੇ ਕਰਨੀਆਂ, ਇਹ ਮਨੁੱਖ ਨੂੰ ਸੁਤੰਤਰਤਾ ਦਿੱਤੀ ਹੈ। ਮਨੁੱਖ ਨੇ ਚੰਗੀਆਂ ਗੱਲਾਂ ਚੇਤੇ ਕਰਨੀਆਂ, ਮਨੁੱਖ ਦੀ ਆਪਣੀ ਮਰਜ਼ੀ ਹੈ। ਲੇਕਿਨ ਇਹ ਯਾਦਾਸ਼ਤ ਸੀ ਕਿ ਮਨੁੱਖ ਜ਼ਿੰਦਗੀ ਅੰਦਰ ਉੱਚਾ ਉੱਠ ਸਕੇ, ਅੱਗੇ ਵੱਧ ਸਕੇ, ਹੋਰ ਵਿਕਾਸ ਕਰੇ। ਉਹ ਤਾਂ ਹੀ ਕਰੇਗਾ ਜੇ ਬੀਤ ਚੁੱਕੇ ਸਮੇਂ ਤੋਂ ਕੁਝ ਇਹ ਸਿੱਖਿਆ ਲੈ ਕੇ, ਬੀਤ ਚੁੱਕੀਆਂ ਘਟਨਾਵਾਂ ਨੂੰ ਚੇਤੇ ਰੱਖ ਕੇ ਅੱਗੇ ਕੋਈ ਵਧੀਆ ਕਰੇਗਾ, ਅੱਗੇ ਕੋਈ ਚੰਗਾ ਕਰਨ ਦਾ ਯਤਨ ਕਰੇਗਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਹ ਸਿਮਰਨ ਸ਼ਕਤੀ ਦੀ ਬੜੀ ਵਡਿਆਈ ਕੀਤੀ ਹੈ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ ਕਿ ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹ ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਪਸ਼ੂ ਤੇ ਮਨੁੱਖ 'ਚ ਕੇਵਲ ਇੰਨਾ ਕੁ ਅੰਤਰ ਹੈ, ਸੁਰਤ ਤੇ ਸ਼ਬਦ ਦਾ। ਮਨੁੱਖ ਕੋਲ ਸੁਰਤ ਹੈ, ਯਾਦਾਸ਼ਤ ਹੈ, ਤੇ ਮਨੁੱਖ ਸ਼ਬਦ ਬੋਲ ਸਕਦਾ ਹੈ, ਸ਼ਬਦ ਸੁਣ ਸਕਦਾ ਹੈ। ਪਸ਼ੂ ਦੇ ਕੋਲ ਇਹ ਵਸਤੂਆਂ ਨਹੀਂ ਹੈ। ਪਸ਼ੂਆ ਹਰਿਆਇਓ ਕਹਿਓ ਸੁਣਿਓ ਅਨ ਸੁਣਿਓ ਕਰੇ, ਮਾਨਸ ਜਨਮ ਉਪਦੇਸ਼ ਹਿਰਦੇ ਟੇਕ ਹੈ। ਪਸ਼ੂ ਤੁਸੀਂ ਘਰ 'ਚ ਰੱਖਿਆ ਹੈ, ਕਈ ਵਾਰੀ ਪਸ਼ੂ ਖੁੱਲ੍ਹਦੇ ਨੇ ਕਿੱਲੇ ਤੋਂ ਰੱਸਾ ਤੜਾ ਕੇ ਜਾਂ ਜਿਵੇਂ ਵੀ ਹਰੇ ਭਰੇ ਖੇਤ ਵੱਲ ਹੀ ਜਾਣਗੇ। ਤੁਸੀਂ ਆਵਾਜ਼ ਮਾਰ ਕੇ ਰੋਕੋ, ਨਹੀਂ ਰੁਕਣਗੇ, ਕਿਉਂਕਿ ਉਹ ਸਮਝਿਆ ਹੀ ਨਹੀਂ ਹੈ। ਜੇ ਉਹ ਤਗੜਾ ਹੋਇਆ ਤੇ ਤੁਹਾਨੂੰ ਵੀ ਖਿੱਚ ਕੇ ਉਧਰ ਨੂੰ ਚਲਿਆ ਜਾਏਗਾ। ਲੇਕਿਨ ਮਨੁੱਖ ਤਾਂ ਸਮਝਦਾ ਹੈ, ਮਨੁੱਖ ਸੋਚਦਾ ਹੈ। ਇਹ ਮਨੁੱਖ ਦੀ ਵਡਿਆਈ ਕਿ ਅੱਜ ਤੱਕ ਮਨੁੱਖ ਜੇ ਅੱਗੇ ਵਧਿਆ ਤੇ ਉਹ ਸੁਣ ਸੁਣ ਕੇ ਹੀ ਅੱਗੇ ਵਧਿਆ। ਮਾਂ ਪਿਤਾ ਪਾਸੋਂ ਜੋ ਸੁਣਿਆ, ਸਮਾਜ ਸੁਸਾਇਟੀ 'ਚ ਕਲਾਸ 'ਚ ਬੈਠ ਕੇ ਜੋ ਸੁਣਿਆ, ਉਹਦੇ ਤੋਂ ਮਨੁੱਖ ਸਿੱਖਦਾ ਹੈ। ਪਸ਼ੂ ਹੈ ਬਚਨਹੀਨ ਸ਼ਬਦਹੀਨ ਜਿਹਬਾ ਨਾ ਬੋਲ ਸਕੇ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਪਸ਼ੂ ਜਿਹੜਾ ਉਹ ਸ਼ਬਦ ਤੋਂ ਹੀਣ ਹੈ। ਉਹ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਨਹੀਂ ਬੋਲੇਗਾ, ਤਰ੍ਹਾਂ ਤਰ੍ਹਾਂ ਦੀ ਉਹ ਭਾਖਾ ਨਹੀਂ ਬੋਲੇਗਾ। ਮਨੁੱਖ ਤੇ ਕਈ ਬੋਲੀਆਂ ਬੋਲ ਸਕਦਾ ਹੈ। ਜਿਸ ਇਲਾਕੇ ਜਾਏ, ਜਿਸ ਮੁਲਕ ਜਾਏ, ਉੱਥੋਂ ਦੀ ਬੋਲੀ ਇਹ ਸਮਝ ਲੈਂਦਾ, ਬੋਲਣ ਲੱਗ ਪੈਂਦਾ। ਇਹ ਮਨੁੱਖ ਦੀ ਖੂਬੀ ਹੈ। ਤੇ ਭਾਈ ਸਾਹਿਬ ਜੀ ਨੇ ਅਖੀਰ ਤੇ ਨਿਰਣਾ ਕੀਤਾ ਕਿ ਸ਼ਬਦ ਸੁਨਤ ਸੁਰਤ ਸ਼ਬਦ ਸਮਝ ਬੋਲੇ ਵਿਵੇਕੀ। ਜੇ ਸ਼ਬਦ ਨੂੰ ਸੁਣ ਕੇ, ਸਮਝ ਕੇ, ਵਿਚਾਰ ਕੇ ਮਨੁੱਖ ਕੋ ਗੱਲ ਕਰੇ ਫਿਰ ਤੇ ਸਿਆਣਾ ਹੈ। ਤੇ ਜੇ ਇਹ ਸੁਣਦਾ ਵੀ ਹੈ ਤੇ ਸੁਣ ਕੇ ਅਣਸੁਣਿਆ ਕਰ ਦਿੰਦਾ, ਜੇ ਇਹ ਦੇਖਦਾ ਵੀ ਹੈ ਦੇਖ ਕੇ ਇਹ ਮੁੜ ਕੇ ਉੱਤੇ ਗੌਰ ਹੀ ਨਹੀਂ ਕਰਦਾ, ਫਿਰ ਨਾਤਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ। ਫਿਰ ਮਨੁੱਖ ਵਿੱਚ ਤੇ ਪਸ਼ੂ ਵਿੱਚ ਕੋਈ ਅੰਤਰ ਨਹੀਂ ਹੈ। ਜੇ ਮਨੁੱਖ ਵੀ ਸੁਣ ਕੇ ਸਮਝਦਾ ਨਹੀਂ ਹੈ, ਪਸ਼ੂ ਨੇ ਵੀ ਸੁਣ ਕੇ ਸਮਝਿਆ ਨਹੀਂ, ਇਸ ਕਰਕੇ ਇਹਦੇ ਵਿੱਚ ਤੇ ਕੋਈ ਅੰਤਰ ਨਹੀਂ ਹੈ। ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਬਚਨ ਕਹੇ ਕਿ ਮਨੁੱਖ ਨੂੰ ਵਾਹਿਗੁਰੂ ਜੀ ਨੇ ਯਾਦਾਸ਼ਤ ਸਿਮਰਨ ਸ਼ਕਤੀ ਦਿੱਤੀ ਹੈ, ਔਰ ਇਸ ਸਿਮਰਨ ਸ਼ਕਤੀ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਨਾ ਹੀ ਸਭ ਤੋਂ ਉੱਤਮ ਗੱਲ ਹੈ। ਹੋਰ ਵੀ ਬਹੁਤ ਕੁਝ ਆਪਾਂ ਚੇਤੇ ਕਰਦੇ ਹਾਂ, ਪਰ ਜੇ ਆਪਾਂ ਜ਼ਿੰਦਗੀ ਦੇ ਅੰਦਰ ਸੁੱਖ ਮੰਨਣਾ, ਕਿਉਂਕਿ ਜ਼ਿੰਦਗੀ ਸੁੱਖ ਮੰਨਣ ਲਈ ਮਿਲੀ ਹੈ, ਜ਼ਿੰਦਗੀ ਅੱਗੇ ਵਧਣ ਦੇ ਲਈ ਮਿਲੀ ਹੈ। ਜ਼ਿੰਦਗੀ ਕੋ ਘਸੇ ਤਵੇ ਨੂੰ ਉੱਥੇ ਫਿਰਨ ਦੇ ਲਈ ਨਹੀਂ ਹੈ, ਜਾਂ ਉਦਾਸ ਜਾਂ ਦੁਖੀ ਹੋਣ ਦੇ ਲਈ ਨਹੀਂ ਹੈ। ਜੇ ਅਸੀਂ ਜ਼ਿੰਦਗੀ ਅੰਦਰ ਸੁੱਖ ਮੰਨਣਾ ਹੈ ਤੇ ਉਹਦੇ ਲਈ ਸਤਿਗੁਰੂ ਜੀ ਕਹਿੰਦੇ ਕਿਸੇ ਮਹਾਨ ਚੀਜ਼ ਦੇ ਨਾਲ ਜੁੜੋ, ਕਿਤੇ ਗ੍ਰੇਟ ਜੋ ਮਹਾਨ ਹਸਤੀ ਉਹਦੇ ਨਾਲ ਸਾਂਝ ਪਾਓ। ਉਹ ਮਹਾਨ ਹੈ ਪ੍ਰਮਾਤਮਾ। ਜਿਉਂ-ਜਿਉਂ ਅਸੀਂ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਾਂਗੇ, ਉਹ ਗੁਣ ਸਾਡੇ ਵਿੱਚ ਆਉਂਦੇ ਜਾਣਗੇ। ਗੁਰਬਾਣੀ ਕਹਿੰਦੀ ਸਾਡੀ ਜ਼ਿੰਦਗੀ ਹੈ ਨਾ, ਅਸੀਂ ਨਜ਼ਰ ਮਾਰੀਏ ਬੜੇ ਕਲ ਕਲੇਸ਼ ਨੇ ਸਾਡੇ ਜੀਵਨ ਅੰਦਰ। ਇਸ ਦੁਨੀਆ ਨੂੰ ਭਉ ਸਾਗਰ ਕੇ ਹੈ। ਸਾਡਾ ਮਨ ਜਿਹੜਾ ਨਾ ਨਿਤ ਚਿੰਤਾ ਦੇ ਵਿੱਚ, ਫਿਕਰਾਂ ਦੇ ਵਿੱਚ, ਅਨੇਕ ਤਰ੍ਹਾਂ ਦੇ ਦੁੱਖਾਂ ਦੇ ਵਿੱਚ ਘਿਰਿਆ ਰਹਿੰਦਾ। ਹਰ ਮਨੁੱਖ ਦੇ ਮਨ ਦੀ ਇਹ ਹਾਲਤ ਹੈ। ਜ਼ਰੂਰੀ ਨਹੀਂ ਕਿ ਮੈਂ ਚਿੱਟੇ ਕੱਪੜੇ ਪਾਏ ਨੇ ਤੇ ਮੈਂ ਉਸ ਹਾਲਤ 'ਚ ਨਾ ਹੋਵਾਂ, ਜਾਂ ਕੋਈ ਜ਼ਰੂਰੀ ਕੋਈ ਬਹੁਤ ਵੱਡੀ ਰਾਜਗੱਦੀ ਤੇ ਬੈਠਾ ਹੈ ਤੇ ਉਹ ਕੋਈ ਚਿੰਤਾ ਤੋਂ ਬਚਿਆ ਹੋਵੇ। ਇਹਨਾਂ ਚਿੰਤਾਵਾਂ ਤੋਂ, ਕਲ ਕਲੇਸ਼ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਆ ਜਿਹੜਾ ਤੁਹਾਡੇ ਹਿਰਦੇ 'ਚ ਕਲ ਕਲੇਸ਼ ਹੈ ਨਾ, ਇਹਨੂੰ ਮਿਟਾਉਣ ਦਾ ਟੀਕਾ ਹੈ ਕਿ ਪ੍ਰਮਾਤਮਾ ਨੂੰ ਸਿਮਰੋ। ਜਿਉਂ-ਜਿਉਂ ਸਿਮਰੋਗੇ ਤਿਉਂ-ਤਿਉਂ ਸੁੱਖ ਮਿਲੇਗਾ। ਪਹਾੜ ਵੱਲ ਜਿਉਂ-ਜਿਉਂ ਜਾਈਏ ਨਾ, ਤਿਉਂ-ਤਿਉਂ ਠੰਡ ਮਿਲਦੀ ਹੈ। ਜਿਉਂ-ਜਿਉਂ ਸੂਰਜ ਦੇ ਸਾਹਮਣੇ ਆਈਏ ਤਿਉਂ-ਤਿਉਂ ਚਾਨਣ ਵੀ ਮਿਲਦਾ ਹੈ, ਨਿੱਘ ਵੀ ਮਿਲਦਾ ਹੈ।
ਜਿਉਂ-ਜਿਉਂ ਪ੍ਰਮਾਤਮਾ ਨੂੰ ਚੇਤੇ ਕਰਾਂਗੇ, ਰੱਬੀ ਗੁਣਾਂ ਨੂੰ ਯਾਦ ਕਰਾਂਗੇ, ਤਿਉਂ-ਤਿਉਂ ਜ਼ਿੰਦਗੀ ਅੰਦਰ ਸੁੱਖ ਕੁਦਰਤੀ ਮਿਲਦਾ ਜਾਏਗਾ। ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਜੈ ਹਰ ਸਿਮਰਨ ਭਇਆ ਤੈ ਉਪਾਤ ਗਤ ਕੀਨੀ, ਵੱਡ ਭਾਗੀ ਹਰ ਜਪਣਾ। ਜਿੱਥੇ ਪ੍ਰਮਾਤਮਾ ਦਾ ਸਿਮਰਨ ਆ ਗਿਆ ਨਾ, ਉੱਥੋਂ ਉਪਾਧੀਆਂ ਭੱਜ ਗਈਆਂ, ਉੱਥੋਂ ਕਲ ਕਲੇਸ਼ ਭੱਜ ਗਏ। ਪਰ ਵੱਡੇ ਭਾਗਾਂ ਵਾਲੇ ਨੇ ਜਿਹੜੇ ਪ੍ਰਮਾਤਮਾ ਨੂੰ ਚੇਤੇ ਕਰਦੇ ਨੇ। ਮਨੁੱਖ ਦੀ ਜ਼ਿੰਦਗੀ ਜੇ ਕਲ ਕਲੇਸ਼ ਵੀ ਆ ਜਾਏ ਨਾ, ਕੋਈ ਦੁੱਖ ਵਿਪਤਾ ਆ ਜਾਏ, ਜੇ ਕੋਈ ਰੱਬ ਦਾ ਪਿਆਰਾ ਕਹੋ ਰੱਬ ਨੂੰ ਚੇਤੇ ਕਰਿਆ ਕਰ, ਕਹੇਗਾ ਜੀ ਚਿੰਤਾ ਹੀ ਬੜੀ, ਕੀ ਕਰੀਏ, ਦੁੱਖ ਹੀ ਬੜੇ ਚੰਬੜੇ ਨੇ, ਰੱਬ ਨੂੰ ਕਿਵੇਂ ਚੇਤੇ ਕਰੀਏ। ਮਨੁੱਖ ਦਰਅਸਲ ਜ਼ਿੰਦਗੀ ਦੇ ਅੰਦਰ ਇਹਨਾਂ ਦੁੱਖਾਂ ਨੂੰ ਜਫਾ ਮਾਰ ਕੇ ਬੈਠ ਗਿਆ, ਛੱਡਣਾ ਹੀ ਨਹੀਂ ਚਾਹੁੰਦਾ। ਜੇਕਰ ਉਹਨੂੰ ਕੋਈ ਛੱਡਣ ਦੀ ਗੱਲ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇੱਕ ਇੱਕ ਬਚਨ ਇਸ ਗਿਆਨ ਦੇ ਨਾਲ ਭਰਪੂਰ ਹੈ ਕਿ ਜ਼ਿੰਦਗੀ ਅੰਦਰ ਅਸੀਂ ਸੁਖੀ ਕਿਵੇਂ ਹੋਣਾ। ਧਰਮ ਦੀ ਦੁਨੀਆ 'ਚ ਦੇਖਦੇ ਹਾਂ, ਕੋਈ ਕਹਿੰਦਾ ਜੀ ਉੱਥੇ ਮੱਥਾ ਟੇਕੋ ਕਾਮਨਾ ਪੂਰੀ ਹੋਏਗੀ। ਗੁਰਬਾਣੀ ਕਹਿੰਦੀ ਪ੍ਰਮਾਤਮਾ ਹੈ ਹੀ ਕਾਮਨਾ ਪੂਰੀਆਂ ਕਰਨ ਵਾਲਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਇਹਦੋਂ ਵੱਡੀ ਤੇ ਕੋਈ ਗੱਲ ਨਹੀਂ ਨਾ। ਪਰਮਾਤਮਾ ਜਿਹੜਾ ਉਹ ਇੱਛਾ ਪੂਰਕ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਤੁਸੀਂ ਪਰਮਾਤਮਾ ਦੇ ਗੁਣ ਗਾਓ, ਜੋ ਮੰਗੇ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਕਿਸੇ ਵੀ ਹਸਤੀ ਕੋਲੋਂ, ਕਿਸੇ ਵੀ ਵਿਅਕਤੀ ਕੋਲੋਂ, ਕਿਸੇ ਵੀ ਥਾਂ ਜਾਂ ਕਿਸੇ ਵੀ ਵਸਤੂ ਕੋਲੋਂ ਤੁਹਾਡੀਆਂ ਸਾਰੀਆਂ ਕਾਮਨਾਵਾਂ ਕਦੀ ਪੂਰੀਆਂ ਨਹੀਂ ਹੋਣਗੀਆਂ। ਇੱਕ ਹੋ ਜਾਏਗੀ, ਦੋ ਹੋ ਜਾਏਗੀ, ਕਦੀ ਪੂਰੀਆਂ ਨਹੀਂ ਹੋਣਗੀਆਂ। ਤੇ ਗੁਰਬਾਣੀ ਕਹਿੰਦੀ ਜੇ ਪ੍ਰਮਾਤਮਾ ਦੇ ਪਿਆਰ ਜੁੜੋਗੇ, ਜੋ ਮੰਗੇ ਸੋਈ ਸੋਈ ਪਾਵੇਂ, ਜੋ ਚਾਹੋਗੇ ਉਹ ਮਿਲਦਾ ਜਾਏਗਾ। ਪਰ ਕਿਉਂਕਿ ਸਾਨੂੰ ਗੁਰਬਾਣੀ ਤੇ ਯਕੀਨ ਨਹੀਂ ਹੈ, ਗੁਰਬਾਣੀ ਤੇ ਭਰੋਸਾ ਨਹੀਂ ਹੈ। ਪੜ੍ਹਦੇ ਅਸੀਂ ਬਾਣੀ ਆ, ਉੱਦਾਂ ਅਸੀਂ ਕਹਿੰਦੇ ਜੀ ਅਸੀਂ ਬਾਣੀ ਬਹੁਤ ਪੜ੍ਹਦੇ ਹਾਂ। ਹੁਣ ਦੇਖੋ ਨਾ, ਸੁਖਮਨੀ ਸਾਹਿਬ ਅਸੀਂ ਬਹੁਤ ਪੜ੍ਹਦੇ ਹਾਂ, ਥਾਂ ਥਾਂ ਤੇ ਪੜ੍ਹਿਆ ਜਾਂਦਾ ਹੈ, ਬੜੀ ਵਧੀਆ ਗੱਲ ਹੈ, ਬੜੀ ਉੱਤਮ ਗੱਲ ਹੈ, ਪੜ੍ਹਨ ਵਾਲੇ ਵਧਾਈ ਦੇ ਪਾਤਰ ਨੇ। ਪਰ ਜੇ ਗੁਰਬਾਣੀ ਸੁਖਮਨੀ ਸਾਹਿਬ ਪੜ੍ਹਦੇ ਹਾਂ ਵੀ ਅਸੀਂ ਕਹੀਏ ਜੀ ਸਾਡੀ ਕਾਮਨਾ ਪੂਰੀ ਨਹੀਂ ਹੋਈ, ਜੀ ਅਸੀਂ ਬੜੇ ਪਰੇਸ਼ਾਨ ਹਾਂ, ਤੇ ਫਿਰ ਇਹਦੋਂ ਬਦਕਿਸਮਤੀ ਕੀ ਹੋ ਸਕਦੀ ਹੈ। ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਸੁਣ ਉਪਦੇਸ਼ ਹਿਰਦੇ ਬਛਾਵੋ, ਮਨ ਇੱਛੇ ਨਾਨਕ ਫਲ ਪਾਵੋ। ਜੋ ਚਾਹੋਗੇ ਮਿਲ ਜਾਏਗਾ, ਉਹ ਗੁਰੂ ਦੀ ਗੱਲ ਤੇ ਹਿਰਦੇ 'ਚ ਵਸਾ ਲਓ। ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਇਹ ਗੱਲ ਕਹਿੰਦੀ ਹੈ ਕਿ ਸਿਮਰਨ ਦੇ ਨਾਲ ਹੀ ਇਹ ਧਰਤੀ ਬਣੀ ਹੈ। ਹਰ ਸਿਮਰਨ ਧਾਰੀ ਸਭ ਧਰਨਾ। ਇਹ ਸਿਮਰਨ ਸਾਰੀ ਕਾਇਨਾਤ ਕਰ ਰਹੀ ਹੈ। ਇਹ ਧਰਤੀ ਸਿਮਰਨ ਕਰ ਰਹੀ ਹੈ, ਪੌਣ ਸਿਮਰਨ ਕਰ ਰਹੀ ਹੈ, ਪਾਣੀ ਸਿਮਰਨ ਕਰ ਰਿਹਾ ਹੈ, ਸਮੁੱਚਾ ਬ੍ਰਹਿਮੰਡ ਪ੍ਰਮਾਤਮਾ ਨੂੰ ਚੇਤੇ ਕਰ ਰਿਹਾ ਹੈ, ਮਨੁੱਖ ਵੀ ਪ੍ਰਮਾਤਮਾ ਨੂੰ ਚੇਤੇ ਕਰੇ। ਇਹ ਜੋ ਕੁਝ ਅਸੀਂ ਦੇਖਦੇ ਹਾਂ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚਹੁ ਕੁਣ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ। ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦੇ ਅੰਦਰ ਗੱਲ ਹੀ ਸਿਮਰਨ ਦੀ ਹੈ ਕਿ ਸਿਮਰਨ ਕਰਕੇ ਵੱਡੇ ਵੱਡੇ ਭਗਤ ਪੈਦਾ ਹੋ ਗਏ, ਸਿਮਰਨ ਕਰਕੇ ਸਿੱਧ ਜਦੀ ਜੋਗੀ ਪੈਦਾ ਹੋ ਗਏ, ਸਿਮਰਨ ਕਰਕੇ ਇਹ ਧਰਤੀ ਬਣੀ ਹੈ। ਔਰ ਇਸ ਧਰਤੀ ਤੇ ਜੋ ਕੁਝ ਚੱਲ ਰਿਹਾ ਸਿਮਰਨ ਕਰਕੇ ਹੈ। ਮਨੁੱਖ ਇਸ ਧਰਤੀ ਤੇ ਆਇਆ ਹੀ ਸਿਮਰਨ ਕਰਕੇ ਹੈ। ਮਨੁੱਖ ਸਿਮਰਨ ਕਰਨ ਲਈ ਆਇਆ ਤੇ ਸਿਮਰਨ ਕਰਕੇ ਹੀ ਆਇਆ ਹੈ। ਇਸ ਧਰਤੀ ਤੇ ਆਉਣ ਤੋਂ ਪਹਿਲਾਂ ਮਨੁੱਖ ਕਰਦਾ ਹੀ ਰੱਬ ਦਾ ਸਿਮਰਨ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹੀਏ, ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਇਸ ਧਰਤੀ ਤੇ ਜਨਮੇ ਨਹੀਂ ਸਾਂ, ਅਸੀਂ ਜਦੋਂ ਮਾਤਾ ਕੇ ਉਦਰ ਵੇ ਸਾਂ, ਉਦੋਂ ਤੇ ਰੱਬ ਦੇ ਨਾਲ ਸਾਡੀ ਲਿਵ ਲੱਗੀ ਹੋਈ ਸੀ। ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਮੁਖ ਅੰਤਰ ਤਪ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ। ਉਦੋਂ ਤੇ ਸਾਡੀ ਲਿਵ ਲੱਗੀ ਹੋਈ ਸੀ, ਉਦੋਂ ਅਸੀਂ ਪ੍ਰਮਾਤਮਾ ਅੱਗੇ ਅਰਦਾਸਾਂ ਕਰਦੇ ਸਾਂ। ਉਹ ਸਿਮਰਨ ਸਦਕਾ ਹੀ ਅਸੀਂ ਇਸ ਧਰਤੀ ਨੂੰ ਦੇਖਣ ਦੇ ਯੋਗ ਹੋ ਸਕੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਸਿਮਰਨ ਨਾ ਕੀਤਾ, ਉਹ ਗਰਭ ਗਲ ਗਏ, ਧਰਤੀ ਤੇ ਆ ਨਾ ਸਕੇ। ਵਾਹਿਗੁਰੂ ਜੀ ਦੀ ਗੁਰੂ ਕੀ ਪਵਿੱਤਰ ਬਾਣੀ ਕਹਿੰਦੀ ਹੈ, ਮਾਤ ਗਰ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਣ ਹਾਰੇ। ਹੇ ਵਾਹਿਗੁਰੂ ਜੀਓ, ਮਾਤਾ ਕੇ ਉਧਰ ਤੁਸੀਂ ਸਾਨੂੰ ਆਪਣਾ ਸਿਮਰਨ ਦੇ ਕੇ ਬਚਾ ਲਿਆ ਨਾ, ਅੱਗ ਤੋਂ ਬਚਾ ਲਿਆ, ਸੜਨ ਤੋਂ ਬਚਾ ਲਿਆ। ਇਸ ਕਰਕੇ ਹੁਣ ਇਸ ਧਰਤੀ ਤੇ ਵੀ ਆਪਾਂ ਇਸ ਸਿਮਰਨ ਜੋੜੋ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਜੀਵਾਂ ਨੂੰ ਇਹ ਪ੍ਰੇਰਣਾ ਦਿੰਦੇ ਆ ਕਿ ਜੇ ਵਾਹਿਗੁਰੂ ਜੀ ਨੇ ਜਾਦਾਸ ਦਿੱਤੀ ਹੈ, ਸਿਮਰਨ ਸ਼ਕਤੀ ਦਿੱਤੀ ਹੈ, ਤੇ ਇੱਕੋ ਹੀ ਇੱਕ ਗੱਲ ਆਪਾਂ ਚੇਤ ਰੱਖੀਏ, ਪ੍ਰਮਾਤਮਾ ਦਾ ਨਾਮ, ਪ੍ਰਮਾਤਮਾ ਦੇ ਗੁਣ। ਹੁਣ ਇਹ ਕਿਉਂਕਿ ਮਨ ਬੜਾ ਪ੍ਰਬਲ ਹੈ, ਜੋ ਸਾਡੇ ਸੰਸਕਾਰ ਬਣੇ ਨੇ ਜਾਂ ਜਿਸ ਬੰਨੇ ਮਨ ਲੱਗਿਆ ਹੋਇਆ ਹੈ,
ਉਧਰੋਂ ਮਨ ਨੂੰ ਮੋੜਨਾ ਜਾਂ ਚੰਗੇ ਬੰਨੇ ਲਾਉਣਾ ਬਹੁਤ ਔਖਾ ਹੈ, ਕੋਈ ਸੌਖੀ ਜੀ ਖੇਡ ਨਹੀਂ ਹੈ। ਇਹਨੂੰ ਕਿਵੇਂ ਮੋੜਿਆ ਜਾਏ? ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਗੱਲ ਕਹੀ ਹੈ ਕਿ ਵਾਹਿਗੁਰੂ ਜੀ ਦੇ ਧਿਆਨ 'ਚ ਸਿਮਰਨ ਜੁੜਨ ਦਾ ਇੱਕ ਸਾਧਨ ਹੈ, ਉਹ ਹੈ ਸਤ ਸੰਗਤ। ਸਤ ਸੰਗਤ ਰਾਹੀਂ ਪ੍ਰਮਾਤਮਾ ਦੇ ਪਿਆਰ ਜਦੋਂ ਜੁੜ ਜਾਵਾਂਗੇ ਸਾਡਾ ਜੀਵਨ ਸਫਲ ਹੋ ਜਾਏਗਾ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਮਰਨ ਦੀ ਗੱਲ ਕਰਕੇ ਸਿਮਰਨ ਨਾਲ ਜੁੜਨ ਦੀ ਜੋ ਤਕਨੀਕ ਹੈ, ਕਿਉਂਕਿ ਜਦੋਂ ਸਿਮਰਨ ਦੀ ਗੱਲ ਆਉਂਦੀ ਹੈ ਕਈ ਕਹਿੰਦੇ ਕਿ ਵੱਖਰੇ ਬੈਠ ਕੇ ਸਿਮਰਨ ਹੋਏਗਾ, ਕਈ ਕਹਿੰਦੇ ਨੇ ਕੋਈ ਖਾਸ ਬੰਦਾ ਸਾਨੂੰ ਸਿਮਰਨ ਨਾਲ ਜੋੜੇਗਾ ਜਾਂ ਖਾਸ ਮੰਤਰ ਨੂੰ ਜਪਣਾ ਹੀ ਸਿਮਰਨ ਹੈ। ਸਿਮਰਨ ਦਾ ਅਰਥ ਹੈ ਰੱਬ ਨੂੰ ਯਾਦ ਕਰਨਾ। ਸਿਮਰਨ ਦਾ ਅਰਥ ਕੋਈ ਖਾਸ ਮੰਤਰ ਤੋਂ ਨਹੀਂ ਹੈ ਜਾਂ ਦੋ ਇੱਕ ਅੱਖਰ ਨੂੰ ਪੜ੍ਹੀ ਜਾਓ ਤੇ ਇਹ ਸਿਮਰਨ ਹੈ, ਉਹ ਮੁਬਾਰਕ ਹੈ ਗੁਰੂ ਕੇ ਬਚਨ ਨੂੰ ਚੇਤੇ ਕਰਨਾ। ਸਿਮਰਨ ਦਾ ਅਰਥ ਹੈ ਯਾਦ, ਸਿਮਰਨ ਦਾ ਅਰਥ ਹੈ ਚੇਤੇ ਕਰਨਾ। ਹੁਣ ਮਾਂ ਆਪਣੇ ਬੱਚੇ ਨੂੰ ਚੇਤੇ ਕਰਦੀ, ਬੱਚਾ ਪ੍ਰਦੇਸ਼ ਚਲ ਗਿਆ, ਮਾਂ ਪਿਓ ਚੇਤੇ ਕਰਦੇ ਨੇ। ਉਹ ਕਿਵੇਂ ਚੇਤੇ ਕਰਦੇ ਨੇ? ਉਹ ਤੇ ਉਹਨਾਂ ਦੀ ਯਾਦ ਵਿੱਚ ਵਸਿਆ ਹੋਇਆ ਹੈ ਨਾ। ਬੱਚੇ ਦੀਆਂ ਗੱਲਾਂ ਨੂੰ ਚੇਤੇ ਕਰਕੇ, ਬੱਚੇ ਦੇ ਘਰ 'ਚ ਪਈਆਂ ਚੀਜ਼ਾਂ ਨੂੰ ਚੇਤੇ ਕਰਕੇ ਬੱਚਾ ਦਿਮਾਗ 'ਚ ਹੀ ਰਹਿੰਦਾ, ਕਿਤੇ ਜਾਂਦਾ ਹੀ ਨਹੀਂ ਹੈ। ਇਸੇ ਤਰੀਕੇ ਨਾਲ ਪ੍ਰਮਾਤਮਾ ਨੇ ਜੋ ਕੁਝ ਸਾਨੂੰ ਬਖਸ਼ਿਆ ਹੈ ਉਹਨੂੰ ਰੱਬ ਦੀਆਂ ਦਾਤਾਂ ਸਮਝ ਕੇ, ਵਾਹਿਗੁਰੂ ਜੀ ਦੀਆਂ ਨਿਸ਼ਾਨੀਆਂ ਸਮਝ ਕੇ ਉਸ ਪ੍ਰਮਾਤਮਾ ਦੇ ਪਿਆਰ ਸਦਾ ਜੁੜੇ ਰਹਿਣਾ। ਸਤਿਗੁਰੂ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਸ ਅੰਮ੍ਰਿਤ ਸ਼ਬਦ ਦੀ ਵਿਚਾਰ ਕਰੀਏ। ਮਨ ਬਿਰਤੀਆਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਰਮਣ ਕਉ ਰਾਮ ਕੇ ਗੁਣ ਬਾਦ। ਗੁਰੂ ਅਰਜਨ ਸਾਹਿਬ ਜੀ ਦੇ ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਰਗਤ 1224 ਅੰਕ ਤੇ ਸੁਭਾਈਮਾਨ ਨੇ। ਸਤਿਗੁਰੂ ਜੀ ਕਹਿੰਦੇ ਨੇ ਰਮਣ ਕਉ। ਰਮਣ ਦਾ ਅਰਥ ਹੁੰਦਾ ਚੇਤੇ ਕਰਨਾ, ਯਾਦ ਕਰਨਾ। ਚੇਤੇ ਕਰਨ ਦੇ ਲਈ ਇੱਕੋ ਇੱਕ ਚੀਜ਼ ਹੈ, ਰਾਮ ਕੇ ਗੁਣ ਬਾਦ। ਗੁਣ ਬਾਦ ਦਾ ਅਰਥ ਹੈ ਗੁਣਾਦ। ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਨਾ, ਪਰਮਾਤਮਾ ਦੇ ਗੁਣਾਂ ਨੂੰ ਗਾਉਣਾ, ਇਹੀ ਹੈ ਚੇਤੇ ਰੱਖਣ ਵਾਲੀ ਚੀਜ਼। ਸਤਿਗੁਰੂ ਜੀ ਨੇ ਕਿਹਾ ਸੀ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਬਾਣੀ। ਸਤਿਗੁਰੂ ਜੀ ਕਹਿੰਦੇ ਜੇ ਚੇਤੇ ਕਰਨੀ ਹੈ ਤੇ ਪਰਮਾਤਮਾ ਨੂੰ ਚੇਤੇ ਕਰ, ਦਿਨ ਰਾਤ ਉਹਨੂੰ ਚੇਤੇ ਰੱਖੋ, ਉਹਨੂੰ ਕਦੀ ਭੁਲਾ ਹੀ ਨਾ। ਦੇਖੋ ਪਰਮਾਤਮਾ ਸਾਨੂੰ ਕਦੀ ਨਹੀਂ ਭੁਲਾਉਂਦਾ, ਪਰਮਾਤਮਾ ਕਦੀ ਭੁਲਾਉਂਦਾ ਨਹੀਂ ਹੈ। ਸਾਡੇ ਸਵਾਸ ਚੱਲ ਰਹੇ ਨੇ, ਕਿਸ ਕਰਕੇ ਚੱਲ ਰਹੇ ਨੇ? ਜਦੋਂ ਪਰਮਾਤਮਾ ਨੇ ਸਾਨੂੰ ਭੁਲਾਤਾ ਨਾ, ਉਦੋਂ ਸਾਡੇ ਸਾਹ ਚੱਲਣੇ ਹੀ ਨਹੀਂ ਹੈ। ਪਰਮਾਤਮਾ ਸਾਨੂੰ ਰਿਜ਼ਕ ਦੇ ਰਿਹਾ ਹੈ, ਕਿੰਨੀਆਂ ਦਾਤਾਂ ਦਿੱਤੀਆਂ ਨੇ ਸਾਡੇ ਲਈ, ਕਿੰਨੀ ਸੋਹਣੀ ਹਵਾ ਬਣਾਈ ਹੈ ਸਾਡੇ ਲਈ, ਕਿੰਨਾ ਸੋਹਣਾ ਸੂਰਜ ਬਣਾਇਆ ਹੈ। ਪਰਮਾਤਮਾ ਤੇ ਨਿਤ ਸਾਨੂੰ ਚੇਤੇ ਰੱਖਦਾ ਹੈ। ਇਹ ਸਾਡੀ ਅਗਿਆਨਤਾ ਚੋਂ ਨਿਕਲੀਆਂ ਗੱਲਾਂ ਨੇ। ਦੇਖੋ ਜੀ ਰੱਬ ਨੇ ਤਾਂ ਸਾਨੂੰ ਭੁਲਾ ਹੀ ਦਿੱਤਾ। ਰੱਬ ਤਾਂ ਸਾਡੇ ਵੱਲ ਦੇਖਦਾ ਹੀ ਨਹੀਂ, ਰੱਬ ਤਾਂ ਸਾਡੀ ਗੱਲ ਸੁਣਦਾ ਹੀ ਨਹੀਂ। ਪਰ ਗੁਰਬਾਣੀ ਕਹਿੰਦੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਸਿਰਹਿ ਸਿਰ ਧੰਦੇ ਲਾਏਂਦਾ। ਉਹ ਪਰਮਾਤਮਾ ਦੇ ਚਿੱਤ ਵਿੱਚ ਸਾਰੀ ਦੁਨੀਆ ਹੈ ਔਰ ਹਰ ਮਨੁੱਖ ਨੂੰ ਥਾਂ ਥਾਂ ਸਿਰ ਕੰਮਾਂ ਤੇ ਜਿੱਥੇ ਵੀ ਲਗਾਇਆ, ਉਹ ਕੋਈ ਵੀ ਕੰਮ ਹੈ ਪਰਮਾਤਮਾ ਨੇ ਲਗਾਇਆ। ਪਰਮਾਤਮਾ ਤੇ ਦੇਖਦਾ ਸਿਰੇ ਸਿਰ ਧੰਦੇ ਲਾਏਂਦਾ। ਇਹ ਘਰ, ਇਹ ਪਰਿਵਾਰ ਉਹਦੀ ਕਿਰਪਾ ਸਦਕਾ ਮਿਲੇ ਨੇ। ਸਤਿਗੁਰੂ ਜੀ ਕਹਿੰਦੇ ਉਹਨੂੰ ਯਾਦ ਕਰਨ ਦਾ ਤਰੀਕਾ ਹੀ ਬੜਾ ਪਿਆਰਾ ਹੈ। ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਤੇ ਆਏ ਸਦਾ ਮਨ ਅੰਦਰ। ਜੇ ਪ੍ਰਸਾਦ 36 ਅੰਮ੍ਰਿਤ ਖਾਏ, ਤੇ ਠਾਕੁਰ ਕੋ ਰਖ ਮਨ ਮਾਏ। ਦੇਖੋ ਨਾ, ਉਹਨੇ ਸੋਹਣੇ ਘਰ ਦਿੱਤੇ ਨੇ, ਪਦਾਰਥ ਦਿੱਤੇ ਨੇ। ਜਿਸ ਪਰਮਾਤਮਾ ਨੇ ਇਹਨਾਂ ਕੁਝ ਦਿੱਤਾ ਉਹਨੂੰ ਸਦਾ ਚੇਤੇ ਰੱਖੀਏ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ, ਰਮਣ ਕੋ ਰਾਮ ਕੇ ਗੁਣ ਬਾਦ। ਚੇਤੇ ਕਰਨ ਦੇ ਲਈ ਹਨ ਵਾਹਿਗੁਰੂ ਜੀ ਦੇ ਗੁਣ, ਪਰਮਾਤਮਾ ਦੀ ਕੀਰਤੀ। ਵਾਰ-ਵਾਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਚੇਤੇ ਕਰੀਏ। ਸਵਾਲ ਹੈ ਕਿ ਸਾਡਾ ਮਨ ਰੱਬ ਵਾਲੇ ਬੰਨੇ ਜਾਂਦਾ ਹੀ ਨਹੀਂ ਹੈ। ਅਸੀਂ ਪੜ੍ਹਦੇ ਬਾਣੀ ਆ, ਮਨ ਗੈਰ ਹਾਜ਼ਰ ਹੋ ਜਾਂਦਾ ਹੈ। ਮਨ ਹੋਰ ਚਿੰਤਾਵਾਂ ਦੇ ਵਿੱਚ, ਫਿਕਰਾਂ ਦੇ ਵਿੱਚ, ਵਲਵਲਿਆਂ ਦੇ ਵਿੱਚ ਚਲਿਆ ਜਾਂਦਾ ਹੈ। ਸਤ ਸੰਗਤ ਵਿੱਚ ਬੈਠਦੇ ਹਾਂ, ਮਨ ਹੋਰ ਬੰਨੇ ਉਡਾਰੀ ਮਾਰ ਜਾਂਦਾ। ਇਹ ਮਨ ਦਾ ਸੁਭਾਵ ਹੈ। ਮਨ ਚੰਚਲ ਹੈ, ਮਨ ਬਾਂਦਰ ਦੀ ਨਹੀਂ ਆਈ ਹੈ, ਮਨ ਪਾਰੇ ਦੀ ਨਹੀਂ ਆਈ ਹੈ। ਮਨ ਜਿਹੜਾ ਉਹ ਬਾਲਕ ਦੀ ਨਹੀਂ ਆਈ ਹੈ। ਚੰਚਲ ਮਤ ਇਸ ਬਾਰਕ ਬਪਰੇ ਕੀ, ਗੁਰੂ ਕੇ ਬਚਨ ਨੇ। ਇਸ ਚੰਚਲ ਮਨ ਨੂੰ ਜਾਂ ਇਸ ਬਾਂਦਰ ਵਰਗੇ ਮਨ ਨੂੰ ਕਿਵੇਂ ਅਸੀਂ ਪ੍ਰਮਾਤਮਾ ਵਾਲੇ ਬੰਨੇ ਲਗਾਈਏ ਕਿ ਰੱਬ ਦੇ ਗੁਣਾਂ ਨੂੰ ਚੇਤੇ ਕਰੇ। ਸਾਹਿਬ ਕਹਿੰਦੇ ਉਹ ਇੱਕੋ ਇੱਕ ਥਾਂ ਹੈ, ਸਾਧ ਸੰਗ ਧਿਆਈਐ ਪਰਮੇਸ਼ਰ, ਅੰਮ੍ਰਿਤ ਜਾ ਕੇ ਸਵਾਦ। ਉਹ ਪ੍ਰਮਾਤਮਾ
ਜਿਹਦੇ ਗੁਣਾਂ ਵਿੱਚ ਅੰਮ੍ਰਿਤ ਵਰਗਾ ਸਵਾਦ ਹੈ। ਅੰਮ੍ਰਿਤ ਜਿਹਦੇ ਗੁਣ ਮਨੁੱਖ ਨੂੰ ਮੌਤ ਤੋਂ ਰਹਿਤ ਅਵਸਥਾ ਪ੍ਰਦਾਨ ਕਰਦੇ ਨੇ। ਅੰਮ੍ਰਿਤ ਦਾ ਅਰਥ ਕਿ ਉਹ ਵਸਤੂ ਜਿਹਦੇ ਨਾਲ ਜੁੜ ਕੇ ਅਸੀਂ ਮੌਤ ਤੋਂ ਰਹਿਤ ਹੋ ਜਾਈਏ, ਮੌਤ ਦਾ ਡਰ ਕੱਟਿਆ ਜਾਏ। ਮ੍ਰਿਤ ਕਹਿੰਦੇ ਮੌਤ ਨੂੰ, ਅੰਮ੍ਰਿਤ ਮੌਤ ਤੋਂ ਰਹਿਤ। ਸਾਹਿਬ ਕਹਿੰਦੇ ਕਿ ਪਰਮਾਤਮਾ ਦੇ ਜਿਹੜੇ ਗੁਣ ਨੇ, ਉਹਨਾਂ ਦਾ ਜੋ ਰਸ ਹੈ, ਜੋ ਆਨੰਦ ਹੈ, ਉਹ ਮਨੁੱਖ ਨੂੰ ਅੰਮ੍ਰਿਤ ਦੀ ਨਿਆਈ ਮੌਤ ਤੋਂ ਰਹਿਤ ਅਵਸਥਾ ਪ੍ਰਦਾਨ ਕਰਦਾ ਹੈ। ਪਰ ਉਸ ਪਰਮਾਤਮਾ ਦੇ ਇਹਨਾਂ ਗੁਣਾਂ ਨਾਲ ਜੁੜਨ ਦੇ ਲਈ ਤਰੀਕਾ ਕੀ ਵਰਤੀਏ? ਕਿਉਂਕਿ ਬੜੀਆਂ ਜੁਗਤੀਆਂ ਦੱਸਦੇ ਨੇ ਲੋਕ, ਆਪਣੇ 'ਚ ਵੀ ਬੜੇ ਨੇ ਜੁਗਤੀਆਂ ਦੱਸਣ ਵਾਲੇ ਕਿ ਇੱਥੇ ਧਿਆਨ ਧਰੋ, ਇਸ ਤਰੀਕੇ ਨਾਲ ਉਚਾਰਨ ਕਰੋ, ਇਸ ਤਰੀਕੇ ਦੇ ਨਾਲ ਬੈਠੋ। ਇੱਕ ਨੂੰ ਗੁਰਬਾਣੀ ਕਹਿੰਦੀ ਪਰਮਾਤਮਾ ਦੇ ਪਿਆਰ ਜੁੜਨ ਦਾ ਤਰੀਕਾ ਹੈ ਕਿ ਸਾਧ ਸੰਗ ਧਿਆਈ ਹੈ ਪਰਮੇਸ਼ਰ, ਸਾਧ ਸੰਗਤ ਵਿੱਚ ਆ ਜਾਓ। ਗੁਰੂ ਸਾਹਿਬ ਜੀ ਦਾ ਅੰਮ੍ਰਿਤ ਬਚਨ ਆਇਆ ਸੀ, ਅਕਾਲ ਮੂਰਤ ਹੈ ਸਾਧ ਸੰਤਨ ਕੀ, ਠਾਹਰ ਨੀਕੀ ਧਿਆਨ ਕੋ। ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਸੀ ਕਿ ਉਹ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦੇ ਲਈ, ਧਿਆਨ ਦੇ ਵਿੱਚ ਜੁੜਨ ਦੇ ਲਈ ਸਭ ਤੋਂ ਵਧੀਆ ਜਿਹੜੀ ਠਾਹਰ ਹੈ, ਟਿਕਾਣਾ ਹੈ, ਅਸਥਾਨ ਹੈ, ਉਹ ਹੈ ਸਾਧ ਸੰਗਤ। ਸਾਧ ਸੰਗਤ ਵਿੱਚ ਆ ਕੇ ਇਕਾਗਰਤਾ ਬਣਦੀ ਹੈ। ਸਾਧ ਸੰਗਤ ਉਹ ਅਸਥਾਨ ਹੈ ਜਿੱਥੇ ਇੱਕ ਨੂੰ ਰੰਗ ਲੱਗਿਆ ਹੋਏ ਦੂਜੇ ਨੂੰ ਵੀ ਲੱਗ ਜਾਂਦਾ ਹੈ। ਸਤਿਗੁਰੂ ਜੀ ਨੇ ਇਸ ਮਨੁੱਖ ਨੂੰ ਰੱਬ ਵਾਲੇ ਬੰਨੇ ਜੋੜਨ ਦੇ ਲਈ ਪ੍ਰੇਰਣਾ ਕੀਤੀ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਸਾਈ। ਭਾਈ ਇਕੱਠੇ ਹੋ ਕੇ ਬੈਠੋ, ਇਕੱਠੇ ਹੋ ਕੇ ਲਿਵ ਦੇ ਨਾਲ ਜੁੜੋ, ਦੁਬਦਾ ਤੋਂ ਮੁਕਤ ਹੋਵੋ। ਸਤ ਸੰਗਤ ਦਰਅਸਲ ਲਿਵ ਵਿੱਚ ਜੁੜਨ ਦੇ ਲਈ, ਮਨ ਨੂੰ ਇਕਾਗਰ ਕਰਨ ਦੇ ਲਈ ਹੈ। ਜਿਸ ਦਾ ਮਨ ਸਤ ਸੰਗਤ ਵਿੱਚ ਆ ਕੇ ਨਾ ਜੁੜ ਸਕਿਆ, ਉਹ ਕਿਤੇ ਨਹੀਂ ਜੁੜ ਸਕਦਾ। ਜਿੰਨਾ ਮਰਜੀ ਉਹ ਅੱਖਾਂ ਮੀਟੀ ਜਾਏ, ਜਿੰਨਾ ਮਰਜੀ ਸਰੀਰ ਨੂੰ ਕਸ਼ਟ ਦੇਈ ਜਾਏ, ਜਿੰਨੇ ਮਰਜੀ ਹੋਰ ਸਾਧਨ ਕਰੀ ਜਾਏ, ਸਤ ਸੰਗਤ ਜੁੜਨ ਦੇ ਲਈ ਹੈ। ਠਾਹਰ ਨੀਕੀ ਧਿਆਨ ਕਹੋ, ਇਹਦੂ ਵਧੀਆ ਧਿਆਨ ਧਰਨ ਦਾ ਕੋਈ ਅਸਥਾਨ ਨਹੀਂ ਹੈ। ਪਰ ਸਤ ਸੰਗਤ ਵਿੱਚ ਧਿਆਨ ਜੁੜਦਾ ਕਿਵੇਂ? ਗੁਰਬਾਣੀ ਦਾ ਕੀਰਤਨ ਚੱਲ ਰਿਹਾ, ਆਪਣੀ ਸੁਰਤ ਨੂੰ ਗੁਰਬਾਣੀ ਦੇ ਕੀਰਤਨ ਵਿੱਚ ਜੋੜੀਏ। ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ, ਆਪਣੀ ਸੁਰਤ ਨੂੰ ਉਹਦੇ ਵਿੱਚ ਜੋੜਨ ਦਾ ਯਤਨ ਕਰੀਏ। ਬਸ ਜਦੋਂ ਸ਼ਬਦ ਵਿੱਚ ਸੁਰਤ ਜੋੜਨ ਦੀ ਸਾਨੂੰ ਜਾਚ ਆ ਗਈ ਸਤ ਸੰਗਤ ਵਿੱਚ ਬੈਠ ਕੇ, ਬਸ ਇਹੀ ਅਭਿਆਸ ਫਿਰ ਸਾਡਾ ਆਮ ਜ਼ਿੰਦਗੀ 'ਚ ਵੀ ਆ ਜਾਏਗਾ। ਜੇ ਇੱਥੇ ਜੁੜ ਗਏ ਫਿਰ ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕਿਰਤ ਕਰਦਿਆਂ ਵੀ ਜੁੜੇ ਰਵਾਂਗੇ। ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਰਤ ਕਰਨ ਦੀ ਗੱਲ ਕਹੀ ਹੈ। ਸਿੱਖੀ ਦਾ ਮਾਰਗ ਕਿਰਤੀਆਂ ਦਾ ਮਾਰਗ, ਇਹ ਵਿਹਲੜਾਂ ਦਾ ਨਹੀਂ ਹੈ ਕਿ ਘਰ ਛੱਡ ਕੇ 6-6 ਮਹੀਨੇ ਕਿਤੇ ਬੈਠੋ ਤੇ ਫੇਰ ਹੀ ਧਿਆਨ ਜੋੜਨਾ ਆਉਣਾ। ਗੁਰਮਤਿ ਦਾ ਇਹ ਮਾਰਗ ਨਹੀਂ ਹੈ ਕਿ ਤੁਸੀਂ ਜੰਗਲਾਂ 'ਚ ਬੈਠੋ ਜਾਂ ਤੁਸੀਂ ਕਿਸੇ ਖਾਸ ਥਾਂ ਤੇ ਜਾਓ, ਉੱਥੇ ਤੁਹਾਨੂੰ ਧਿਆਨ ਜੋੜਨ ਦੀ ਇਜਾਜ਼ਤ ਦੱਸੀ ਜਾਂਦੀ ਹੈ। ਇਹ ਕਿਉਂ ਗੱਲਾਂ ਵਾਪਰਦੀਆਂ ਨੇ? ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਹੀ ਨਹੀਂ। ਜੇ ਪੜ੍ਹਦੇ ਤੇ ਉਹਨੂੰ ਆਪਾਂ ਸਮਝਦੇ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਸਿਰਫ ਅਸੀਂ ਰੱਖਿਆ ਮੱਥਾ ਟੇਕਣ ਦੇ ਲਈ, ਜਾਂ ਕਿਤੇ ਵਿਆਹ ਸ਼ਾਦੀ ਹੈ ਚਲੋ ਮਾੜਾ ਜਿਹਾ ਜਾਈਏ, ਜਾਂ ਕਿਤੇ ਭੋਗ ਹੈ ਤੇ ਆਪਾਂ ਜਾਈਏ, ਇਹਦੋਂ ਵੱਧ ਤੇ ਬਹੁਤ ਘੱਟ ਹੀ ਹੈ। ਜਾਂ ਕਿਤੇ ਨਗਰ ਕੀਰਤਨ 'ਚ ਆਪਾਂ ਗੁਰੂ ਸਾਹਿਬ ਜੀ ਨੂੰ ਗੇੜਾ ਦਵਾ ਦਿੰਦੇ ਹਾਂ ਸ਼ਹਿਰ ਦੇ ਦੁਆਲੇ ਦੁਆਲੇ ਜਾਂ ਗਲੀਆਂ ਦੇ ਵਿੱਚ, ਇਹਦੋਂ ਵੱਧ ਨਹੀਂ ਨਾ ਕੋਈ। ਗੁਰੂ ਗ੍ਰੰਥ ਸਾਹਿਬ ਜੀ ਸੀ ਸਾਨੂੰ ਜ਼ਿੰਦਗੀ ਦੇ ਅੰਦਰ ਜਿਉਣ ਦੀ ਜਾਂਚ ਦੱਸਣ ਦੇ ਲਈ ਕਿ ਜ਼ਿੰਦਗੀ ਅੰਦਰ ਸੁੱਖ ਕਿਵੇਂ ਮੰਨਣਾ ਹੈ, ਪ੍ਰਮਾਤਮਾ ਦੇ ਪਿਆਰ ਕੇ ਜੁੜਨਾ ਹੈ, ਪ੍ਰਮਾਤਮਾ ਦੇ ਗੁਣ ਕੀ ਨੇ, ਪ੍ਰਮਾਤਮਾ ਦੀਆਂ ਵਡਿਆਈਆਂ ਕੀ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਧ ਸੰਗਤ, ਸਾਧ ਸੰਗਤ ਵਿੱਚ ਤਾਂ ਪ੍ਰਮਾਤਮਾ ਵਸਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਉਹ ਬੇੜੀ ਹੈ ਜਿਹਦੇ ਤੇ ਬੈਠ ਕੇ ਅਨੇਕਾਂ ਜੀਵ ਜਿਹੜੇ ਨੇ ਭਉ ਸਾਗਰ ਤੋਂ ਦੁੱਖਾਂ ਤੋਂ ਪਾਰ ਉਤਰ ਗਏ। ਬੇੜੀ ਚਾੜ ਲੰਘਾਏਂਦਾ, ਜਿਵੇਂ ਬੇੜੀ ਤੇ ਚਾੜ ਕੇ ਲੰਘਾਏ ਦਾ ਪੂਰਾ ਪੂਰ ਮੁਹਾਣਾ, ਮੁਹਾਣਾ ਕਹਿੰਦੇ ਮਲਾਹ ਨੂੰ, ਜਿਵੇਂ ਮਲਾਹ ਬੇੜੀ ਤੇ ਚਾੜ ਕੇ ਜੀਵਾਂ ਨੂੰ ਪਾਰ ਉਤਾਰ ਦਿੰਦਾ ਹੈ। ਸਾਧ ਸੰਗਤ ਉਹ ਸਥਾਨ ਹੈ ਜੋ ਸਾਡੀ ਜ਼ਿੰਦਗੀ ਦੀ ਅਗਵਾਈ ਕਰਦੀ ਹੈ, ਜਿੱਥੋਂ ਸਾਨੂੰ ਉਪਦੇਸ਼ ਮਿਲਦਾ ਹੈ। ਸਾਧ ਸੰਗਤ ਉਹ ਸਥਾਨ ਹੈ ਜਿਵੇਂ ਚੌਕੀਦਾਰ ਨਹੀਂ ਹੈ ਨਗਰ ਮਹੱਲੇ ਦੀ ਰਾਖੀ ਕਰਦਾ, ਸਾਡੇ ਆਤਮਿਕ ਜੀਵਨ ਦੀ ਰਖਵਾਲੀ ਸਤ ਸੰਗਤ ਵਿੱਚ ਹੀ ਆ ਕੇ ਹੋ ਸਕਦੀ। ਸਤ ਸੰਗਤ ਇੱਕ ਵਾੜ ਹੈ, ਜਾਂ ਇਵੇਂ ਕਹਿ ਲਓ ਇੱਕ ਉਹ ਕਿਲ੍ਹਾ ਹੈ ਜਿੱਥੇ ਆ ਕੇ ਸਾਡੀ ਸੁਰਤ ਜਿਹੜੀ ਹੈ ਰੱਬ ਦੇ ਪਿਆਰ ਜੁੜ ਕੇ ਇਹ ਬਾਹਰਲੀਆਂ ਹਵਾਵਾਂ ਤੋਂ ਬਚ ਸਕਦੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਮਣ ਕਉ ਰਾਮ ਕੇ ਗੁਣ ਬਾਦ, ਸਾਧ ਸੰਗ ਧਿਆਈ ਹੈ ਪਰਮੇਸ਼ਰ। ਵੀ ਜੇ ਉਸ ਪਰਮਾਤਮਾ ਦੇ ਧਿਆਨ ਵਿੱਚ ਜੁੜਨਾ ਫਿਰ ਸਾਧ ਸੰਗਤ ਵਿੱਚ ਆ ਜਾਓ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ ਜਿਵੇਂ ਗੰਗਾ ਕੇ ਸੰਗ ਸਲਤਾ ਬਿਗਰੀ,
ਸੋ ਸਲਤਾ ਗੰਗਾ ਹੋਏ ਨਿਵਰੀ। ਸਲਤਾ ਕਹਿੰਦੇ ਨੇ ਨਦੀ ਨੂੰ। ਗੰਗਾ ਦੇ ਵਿੱਚ ਚੰਗੀਆਂ ਮਾੜੀਆਂ ਨਦੀਆਂ ਨਾਲੇ ਜਿੰਨੇ ਡਿੱਗ ਜਾਣ ਸਾਰਿਆਂ ਨੂੰ ਗੰਗਾ ਹੀ ਕਿਹਾ ਜਾਂਦਾ ਹੈ। ਉਹ ਗੰਗਾ ਹੀ ਬਣ ਜਾਂਦੇ ਨੇ ਗੰਗਾ ਵਿੱਚ ਡਿੱਗ ਕੇ। ਕਹਿਣਗੇ ਬਿਲਕੁਲ ਜਿਵੇਂ ਚੰਦਨ ਸੰਗ ਚੰਦਨ ਕੇ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਰਵਿਓ। ਤਰਵਰ ਕਹਿੰਦੇ ਦਰਖਤ ਨੂੰ। ਚੰਦਨ ਦੇ ਨੇੜੇ ਰਹਿਣ ਵਾਲੇ ਜਿਹੜੇ ਦਰਖਤ ਨੇ, ਬਨਸਪਤੀ ਹੈ, ਉਹ ਸਾਰੀ ਸੁਗੰਧਿਤ ਹੋ ਜਾਂਦੀ ਹੈ। ਬਾਬਾ ਜੀ ਕਹਿੰਦੇ ਨੇ ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੈ ਹੋਏ ਨਿਵਰਿਓ। ਸਤ ਸੰਗਤ ਵਿੱਚ ਜਦੋਂ ਆ ਗਿਆ, ਸੰਤਨ ਦਾ ਅਰਥ ਇੱਥੇ ਬਹੁ ਵਚਨ ਹੈ, ਇੱਥੇ ਇੱਕ ਵਿਅਕਤੀ ਦੀ ਗੱਲ ਨਹੀਂ ਹੈ, ਬਹੁ ਵਚਨ। ਸਤ ਸੰਗਤ ਵਿੱਚ ਜਦੋਂ ਇਹ ਕਬੀਰ ਆ ਗਿਆ ਤੇ ਸਤ ਸੰਗਤ ਵਿੱਚ ਆ ਕੇ ਵੀ ਵਿਗੜ ਗਿਆ, ਵੀ ਰੱਬ ਦਾ ਰੂਪ ਬਣ ਗਿਆ। ਗੁਰਬਾਣੀ ਵਿੱਚ ਸਤ ਸੰਗਤ ਦੀ ਵਡਿਆਈ ਕੀਤੀ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਿਹੜਾ ਸਤ ਸੰਗਤ ਨਾਲ ਮਿਲ ਗਿਆ, ਇੱਕ ਤੇ ਸਰੀਰ ਕਰਕੇ ਬੈਠਣਾ ਇਹ ਜ਼ਰੂਰੀ ਹੈ, ਇਹ ਪਹਿਲਾ ਪੜਾਅ ਹੈ, ਇਹ ਪਹਿਲਾ ਸਟੈਪ ਹੈ। ਪਰ ਸਤ ਸੰਗਤ ਵਿੱਚ ਬੈਠ ਕੇ ਜਦੋਂ ਸੁਰਤ ਸ਼ਬਦ ਨਾਲ ਜੁੜ ਜੇ, ਇਹ ਹੈ ਸਤ ਸੰਗਤ ਨਾਲ ਜੁੜਨਾ। ਗੁਰਦੇਵ ਕਹਿੰਦੇ ਸਤ ਸੰਗਤ ਜੀ ਤੇ ਵਡਿਆਈ ਬੜੀ ਮਹਾਨ ਹੈ। ਸਤ ਸੰਗਤ ਇਵੇਂ ਹੈ ਜਿਵੇਂ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਹਿ ਚੀਤਾ। ਸਤ ਸੰਗਤ ਦੀ ਇਹ ਮਹਾਨਤਾ ਹੈ ਕਿ ਇੱਥੇ ਆ ਕੇ ਮੈਲ ਮਿਟਦੀ ਹੈ, ਮਨ ਨਿਰਮਲ ਹੁੰਦਾ ਹੈ। ਸਤ ਸੰਗਤ ਦੀ ਇਹ ਮਹਾਨਤਾ ਹੈ, ਇੱਥੇ ਆ ਕੇ ਮਨ ਜੁੜਦਾ ਹੈ, ਮਨ ਦੀ ਭਟਕਣਾ ਮੁੱਕਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਈ ਚੇਤੇ ਕਰਨ ਦੇ ਲਈ ਇੱਕੋ ਇੱਕ ਚੀਜ਼ ਹੈ, ਪਰਮਾਤਮਾ ਦੇ ਗੁਣ। ਤੇ ਹੁਣ ਸਾਡਾ ਮਨ ਪਰਮਾਤਮਾ ਦੇ ਪਿਆਰ 'ਚ ਕਿਵੇਂ ਜੁੜੇ? ਇਹਦੇ ਲਈ ਸਾਧ ਸੰਗ ਧਿਆਈ ਹੈ ਪਰਮੇਸ਼ਰ, ਅੰਮ੍ਰਿਤ ਜਾ ਕੇ ਸਵਾਦ। ਸਾਧ ਸੰਗਤ ਵਿੱਚ ਆ ਕੇ ਉਸ ਵਾਹਿਗੁਰੂ ਜੀ ਨੂੰ ਆਪਾਂ ਚੇਤੇ ਕਰੀਏ, ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੀਏ, ਜਿਸ ਪਰਮਾਤਮਾ ਦੇ ਗੁਣਾਂ ਦਾ ਸਵਾਦ ਅੰਮ੍ਰਿਤ ਵਰਗਾ ਹੈ। ਭਾਵ ਉਹਨਾਂ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ, ਪਰਮਾਤਮਾ ਦੇ ਗੁਣਾਂ ਵਿੱਚ। ਰਹਾਉ ਸਿਮਰਤ ਏਕ ਅਚੁੱਤ ਅਵਿਨਾਸ਼ੀ, ਬਿਨ ਸੇ ਮਾਇਆ ਮਾਦ। ਸਾਧ ਸੰਗਤ ਹੈ ਹੀ ਉਹ ਜਿੱਥੇ ਇੱਕ ਵਾਹਿਗੁਰੂ ਜੀ ਦੇ ਗੱਲ ਹੋਵੇ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ। ਹੁਣ ਸਤ ਸੰਗਤ ਵਿੱਚ ਆ ਕੇ ਸਾਹਿਬ ਜੀ ਕਹਿੰਦੇ ਜਦੋਂ ਇੱਕ ਪਰਮਾਤਮਾ ਨੂੰ ਅਵਿਨਾਸ਼ੀ ਦਾ ਅਰਥ ਜਿਹੜਾ ਕਦੀ ਨਾਸ ਨਹੀਂ ਹੁੰਦਾ, ਅਚਿਤ ਦਾ ਅਰਥ ਵੀ ਜਿਹੜਾ ਹੈ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਨਾਸ ਨਹੀਂ ਹੁੰਦਾ। ਜੇ ਸਤ ਸੰਗਤ ਵਿੱਚ ਇੱਕ ਵਾਹਿਗੁਰੂ ਜੀ ਨੂੰ ਚੇਤੇ ਕਰਾਂਗੇ, ਕਿਉਂਕਿ ਸਤ ਸੰਗਤ ਵਿੱਚ ਬਹੁਤ ਪ੍ਰਾਣੀ ਆਉਂਦੇ ਨੇ, ਲੇਕਿਨ ਸਾਰੇ ਇੱਕ ਦੇ ਪਿਆਰ 'ਚ ਤੇ ਭਾਗਾਂ ਵਾਲੇ ਹੀ ਜੁੜਦੇ ਨੇ ਨਾ। ਨਹੀਂ ਤੇ ਅਸੀਂ ਆਉਂਦੇ ਹਾਂ ਗੁਰੂ ਦਰ ਤੇ, ਸਾਡੀਆਂ ਦੁਨਿਆਵੀ ਕਈ ਮੁਸ਼ਕਲਾਂ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਦਿਮਾਗ 'ਚ ਲੈ ਕੇ ਆਉਂਦੇ ਹਾਂ, ਉਹਨਾਂ ਦੀ ਖਾਤਰ ਹੀ ਆਉਂਦੇ ਹਾਂ। ਦੇਖਦੇ ਨਹੀਂ ਆਪਾਂ ਕਈ ਦਿਨ ਕਹਿੰਦੇ ਜੀ 21 ਦਿਨ ਆਪਾਂ ਇਸ ਥਾਂ ਤੇ ਜਾਵਾਂਗੇ, ਸਾਡੀ ਆ ਕਾਮਨਾ ਪੂਰੀ ਹੋ ਜੇ। ਉਹ ਸੰਗਤ ਵਿੱਚ ਨਹੀਂ ਆਏ, ਉਹ ਤੇ ਆਪਣੇ ਮਸਲੇ ਲਈ ਆਏ ਨੇ। ਕੋਈ ਕਹਿੰਦਾ ਜੀ 31 ਦਿਨ ਨੰਗੇ ਪੈਰੀ ਆਵਾਂਗੇ, 41 ਦਿਨ ਇਹ ਪਾਠ ਕਰਾਂਗੇ, ਠੀਕ ਹੈ, ਮੁਬਾਰਕ ਹੈ। ਪਰ ਸਤ ਸੰਗਤ ਵਿੱਚ ਆਉਣ ਦਾ ਅਰਥ ਇਹ ਹੈ ਕਿ ਆਪਾਂ ਇੱਥੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੀਏ। ਸਤ ਸੰਗਤ ਹੀ ਵਾਹਿਗੁਰੂ ਜੀ ਦੇ ਪਿਆਰ ਜੁੜਨ ਲਈ ਸਭ ਤੋਂ ਉੱਤਮ ਥਾਂ ਹੈ। ਗੁਰਦੇਵ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਜਦੋਂ ਸਿਮਰਤ ਏਕ ਅਚਤ ਅਵਿਨਾਸ਼ੀ, ਇੱਕ ਅਵਿਨਾਸ਼ੀ ਵਾਹਿਗੁਰੂ ਜੀ ਨੂੰ ਚੇਤੇ ਕਰਾਂਗੇ, ਹੋਰ ਕੁਝ ਨਹੀਂ, ਕੇਵਲ ਪਰਮਾਤਮਾ ਨੂੰ ਚੇਤੇ ਕਰਾਂਗੇ ਜਿਸ ਵੇਲੇ, ਫਿਰ ਬਿਨ ਸੇ ਮਾਇਆ ਮਾਦ। ਸਾਡੀ ਜ਼ਿੰਦਗੀ ਅੰਦਰ ਦੁੱਖਾਂ ਦਾ ਕਾਰਨ ਕੀ ਹੈ? ਮਾਇਆ ਦਾ ਮੋਹ। ਸਾਡੇ ਉੱਪਰ ਮਾਇਆ ਦਾ ਇਹੋ ਜਿਹਾ ਪ੍ਰਭਾਵ ਪਿਆ ਹੈ ਕਿ ਮਾਇਆ ਸਾਨੂੰ ਭਜਾਈ ਫਿਰਦੀ ਹੈ। ਦੁਆਰੇ ਦੁਆਰ ਸਵਾਨ ਜਿਉ ਡੋਲਤ ਨੇ ਸੁਧ ਰਾਮ ਭਜਨ ਕੀ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਜਿਵੇਂ ਕੁੱਤਾ ਨਹੀਂ ਗਲੀ 'ਚ ਕਦੀ ਕਿਸੇ ਘਰ ਮੂਹਰੇ ਕਦੀ ਕਿਸੇ ਘਰ ਬੂਰੇ। ਸਾਡੇ ਮਨ ਦਾ ਵੀ ਇਹੀ ਹਾਲ ਹੈ, ਇਹ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਇੱਧਰ ਉੱਧਰ ਸੁੱਖਾਂ ਦੀ ਖਾਤਰ ਭਟਕਦਾ ਰਹਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਅੰਦਰ ਜੋ ਮਾਇਆ ਦਾ ਪ੍ਰਭਾਵ ਹੈ, ਜਿਸ ਮਾਇਆ ਕਰਕੇ ਅਸੀਂ ਭਟਕ ਰਹੇ ਹਾਂ, ਜਿਸ ਮਾਇਆ ਦੇ ਬਾਰੇ ਬਹੁਤ ਕੁਝ ਗੁਰਬਾਣੀ 'ਚ ਕਿਹਾ ਹੈ ਕਿ ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਇਹ ਮਾਇਆ ਤੋਂ ਪਰਵਲ ਕੋਈ ਨਹੀਂ ਹੈ। ਵੱਡੇ ਵੱਡੇ ਦੇਵਤਿਆਂ ਨੂੰ ਇਹਨੇ ਛਲ ਲਿਆ, ਬ੍ਰਹਮਾ ਵਰਗਿਆਂ ਨੂੰ, ਵਿਸ਼ਨੂੰ ਵਰਗਿਆਂ ਨੂੰ, ਮਹਾਦੇਵ ਵਰਗਿਆਂ ਨੂੰ ਛਲ ਲਿਆ ਇਸਨੇ। ਹਰਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹਦੇ ਤੋਂ ਕੋਈ ਪਰਵਲ ਨਹੀਂ ਹੈ ਮਾਇਆ ਤੋਂ। ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਤੇ ਤੇ ਡਹਿਕਾਈ। ਇਹ ਗੁਰਬਾਣੀ ਦੇ ਬਚਨ ਨੇ ਕਿ ਮਾਇਆ ਨੇ ਤੇ ਹਰ ਜੀਵ ਨੂੰ ਪ੍ਰੇਰਿਆ ਹੋਇਆ, ਇਕੱਲਾ ਮਨੁੱਖ ਨੂੰ ਨਹੀਂ ਹੈ। ਜਦੋਂ ਕੋਈ ਮੱਛੀ ਰਸਨਾ ਦੇ ਸਵਾਦ ਮਗਰ ਲੱਗ ਕੇ ਕੁੰਡੀ 'ਚ ਫਸ ਜਾਂਦੀ ਹੈ ਤੇ ਵੀ ਤੇ ਮਾਇਆ ਹੀ ਹੈ।
ਜਦੋਂ ਕੋਈ ਪੰਛੀ ਦਾਣਿਆਂ ਦੇ ਸਵਾਦ ਮਗਰ ਲੱਗ ਕੇ ਪਿੰਜਰੇ 'ਚ ਫਸ ਜਾਂਦੇ, ਇਹ ਵੀ ਤੇ ਕਮਾਇਆ ਹੀ ਹੈ। ਹਰ ਥਾਂ ਤੇ ਮਾਇਆ ਕਈ ਰੂਪਾਂ 'ਚ ਵਿਆਪਦੀ ਹੈ। ਜ਼ਰੂਰੀ ਨਹੀਂ ਕਿ ਮਾਇਆ ਗ੍ਰਸਤੀਆਂ ਤੇ ਅਸਰ ਪਾਉਂਦੀ ਹੈ, ਸੰਸਾਰੀਆਂ ਤੇ ਅਸਰ ਪਾਉਂਦੀ ਹੈ। ਮਾਇਆ ਤੇ ਜੰਗਲ 'ਚ ਬੈਠੀਆਂ ਨੂੰ ਵੀ ਘੇਰ ਲੈਂਦੀ ਹੈ, ਉੱਥੇ ਜਾ ਕੇ ਵੀ ਘੇਰ ਲੈਂਦੀ। ਉੱਥੇ ਕਿਵੇਂ ਘੇਰਦੀ ਹੈ? ਮਾੜਾ ਜਿਹਾ ਧਿਆਨ ਇਕਾਗਰ ਕੀਤਾ, ਥੋੜੀ ਅੰਦਰ ਤਾਕਤ ਆਈ, ਕਿਸੇ ਨੂੰ ਕੋਈ ਗੱਲ ਕਹੀ, ਉਹ ਪੂਰੀ ਹੋ ਗਈ, ਉਹਨੇ ਲੋਕਾਂ ਨੂੰ ਦੱਸੀ ਕਿ ਫਲਾਣੇ ਬਾਬਾ ਜੀ ਦੀ ਤਾਂ ਗੱਲ ਪੂਰੀ ਹੋ ਗਈ ਹੈ। ਬਸ ਭੀੜ ਲੱਗਣੀ ਸ਼ੁਰੂ ਹੋ ਗਈ। ਭੀੜ ਇਹੋ ਜਿਹੀ ਲੱਗਣੀ ਸ਼ੁਰੂ ਹੋਈ, ਹੁਣ ਖਿਆਲ ਹੈ ਕਿ ਭੀੜ ਵਧਣੀ ਚਾਹੀਦੀ ਹੈ। ਇਹ ਨਿੱਕਾ ਜਿਹਾ ਥਾਂ ਵੱਡਾ ਹੋਣਾ ਚਾਹੀਦਾ ਹੈ। ਇਹ ਕੱਖਾਂ ਦੀ ਕੁੱਲੀ ਹੁਣ ਵੱਡਾ ਸਾਰਾ ਸਥਾਨ ਬਣ ਜਾਣੀ ਚਾਹੀਦੀ ਹੈ। ਇੱਥੇ ਹੁਣ ਬਹੁਤ ਚੇਲੇ ਚਾਟੜੇ ਇਕੱਠੇ ਹੋਣੇ ਚਾਹੀਦੇ ਨੇ। ਇਹ ਵੀ ਤੇ ਕਮਾਇਆ ਹੀ ਹੈ। ਇੱਕ ਗ੍ਰਸਤੀ ਜਿਹੜਾ ਹੈ ਉਹ ਤੇ ਆਪਣੇ 2-4 ਜੀਆਂ ਦੇ ਲਈ ਮਿਹਨਤ ਕਰਦਾ, ਉਹਦਾ ਅਧਿਕਾਰ ਹੈ ਕਰਨ ਦਾ, ਉਹਨੂੰ ਪਾਲਣਾ ਹੈ ਉਹਨੇ। ਲੇਕਿਨ ਇੱਕ ਤਿਆਗੀ ਬੰਦਾ ਜਿਹੜਾ ਉਹ 150-150 ਚੇਲੇ ਪਾਲਦਾ, ਉਹ ਵੀ ਤੇ ਕਮਾਇਆ ਹੀ ਹੈ। ਉਹਨੂੰ ਕੀ ਕਹੋਗੇ ਤੁਸੀਂ? ਇੱਕ ਗ੍ਰਸਤੀ ਨੇ ਤੇ ਆਪਣੇ 4 ਜੀਆਂ ਦੇ ਰਹਿਣ ਦੇ ਲਈ, ਸਿਰ ਢੱਕਣ ਦੇ ਲਈ ਮਕਾਨ ਬਣਾਉਣੇ, ਉਹਦੀ ਲੋੜ ਹੈ, ਬਣਾਉਣਾ ਚਾਹੀਦਾ ਹੈ। ਪਰ ਇੱਕ ਜਿਹੜਾ ਤਿਆਗੀ, ਉਹ ਪਤਾ ਨਹੀਂ ਕਿੰਨੇ ਕੁ ਡੇਰੇ ਬਣਾਈ ਬੈਠਾ ਹੈ, ਉਹਦੇ ਤੇ ਉਹ ਹਾਲ ਮੁੱਕਦਾ ਹੀ ਨਹੀਂ ਹੈ। ਇਹ ਮਾਇਆ ਨਹੀਂ ਤੇ ਹੋਰ ਕੀ ਹੈ? ਇਸ ਕਰਕੇ ਮਾਇਆ ਹਰ ਮਨੁੱਖ ਦੇ ਉੱਪਰ ਪ੍ਰਭਾਵ ਪਾਉਂਦੀ ਹੈ। ਮਤਾਂ ਕੋਈ ਸੋਚੇ ਕਿ ਘਰ ਛੱਡ ਦਿੱਤਾ ਤੇ ਹੁਣ ਮਾਇਆ ਜਿਹੜੀ ਸਾਡੇ ਤੇ ਵਿਆਪੇਗੀ ਨਹੀਂ। ਸਤਿਗੁਰੂ ਜੀ ਕਹਿੰਦੇ ਜੇਤੇ ਜੀ ਤੇ ਡਹਿਕਾਈ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸकी ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਮਾਇਆ ਤੇ ਸਮੁੱਚੇ ਜਗਤ ਨੂੰ ਲਪਟੀ ਬੈਠੀ ਹੈ। ਮਾਇਆ ਮਮਤਾ ਮੋਹਣੀ ਜਿਣ ਵਿਣ ਦੰਤਾਂ ਜਗ ਖਾਇਆ। ਬਿਨਾਂ ਦੰਦਾਂ ਤੋਂ ਨਿਗਲੀ ਚਲੀ ਜਾਂਦੀ ਹੈ ਸਾਰੇ ਜਗਤ ਨੂੰ। ਗੁਰੂ ਬਾਬਾ ਜੀ ਕਹਿੰਦੇ ਜੇ ਆਪਾਂ ਸਤ ਸੰਗਤ ਵਿੱਚ ਆ ਕੇ ਇੱਕ ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ ਤੇ ਫਿਰ ਕੀ ਹੋਏਗਾ? ਬਿਨਸੇ ਮਾਇਆ ਮਾਦ, ਮਾਦ ਦਾ ਅਰਥ ਹੈ ਮਸਤੀ, ਜਿਹਨੂੰ ਆਪਾਂ ਨਸ਼ਾ ਕਹਿੰਦੇ। ਮਦ ਤੋਂ ਲਫ਼ਜ਼ ਬਣਿਆ ਮਾਦ। ਮਾਇਆ ਮੈਨਾ ਮਸਤੀ, ਨਸ਼ਾ। ਜੇ ਅਸੀਂ ਸਤ ਸੰਗਤ ਵਿੱਚ ਆ ਕੇ ਇੱਕ ਪਰਮਾਤਮਾ ਦੇ ਪਿਆਰ 'ਚ, ਕਿਉਂਕਿ ਸਤ ਸੰਗਤ ਵਿੱਚ ਆ ਕੇ ਵੀ ਕੋਈ ਇਹ ਉਲਾਮਾ ਦੇਵੇ ਕਿ ਮੈਂ ਤੇ ਰੋਜ਼ ਸੰਗਤ ਵਿੱਚ ਜਾਂਦਾ ਜੀ। ਕਈ ਵਾਰ ਕਹਿੰਦੇ ਨੇ ਕਈ ਪ੍ਰਾਣੀ, ਦੇਖੋ ਜੀ ਰੋਜ਼ ਗੁਰਦੁਆਰੇ ਜਾਂਦੇ ਹਾਂ, ਸੇਵਾ ਬੜੀ ਕਰਦੇ ਹਾਂ, ਬਾਣੀ ਬੜੀ ਪੜ੍ਹਦੇ ਹਾਂ, ਪਰ ਪਤਾ ਨਹੀਂ ਆਹ ਮਸਲਾ ਹੱਲ ਨਹੀਂ ਹੁੰਦਾ। ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ, ਪਰ ਮਸਲਾ ਕੀ? ਆਪਾਂ ਗੁਰਦੁਆਰੇ ਸਤ ਸੰਗਤ ਵਿੱਚ ਹੀ ਆਉਂਦੇ ਹਾਂ ਕਿ ਜਾਂ ਆਪਣੀਆਂ ਗੱਲਾਂ ਬਾਤਾਂ ਕਰਕੇ ਚਲੇ ਜਾਂਦੇ ਹਾਂ? ਸਤ ਸੰਗਤ ਵਿੱਚ ਆਉਣ ਦਾ ਤੇ ਹਰ ਮਨੁੱਖ ਦਾ ਆਪੋ ਆਪਣਾ ਨਜ਼ਰੀਆ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੜੇ ਖਾਸ ਰਸ ਦੇ ਤਰੀਕੇ ਦੇ ਰਾਹੀਂ ਸਾਨੂੰ ਸਮਝਾਇਆ। ਇੱਕ ਦਿਨ ਸਿੱਖਾਂ ਨੂੰ ਕਹਿਣ ਲੱਗੇ, ਉਹ 3 ਘੜੇ ਲਿਆਓ, ਇਹਨਾਂ 'ਚ ਪਾਣੀ ਪਾ ਦਿਓ, ਪਹਿਲੇ 'ਚ ਪੱਥਰ ਪਾ ਦਿਓ, ਦੂਜੇ 'ਚ ਮਿੱਟੀ ਪਾ ਦਿਓ, ਤੀਜੇ 'ਚ ਪਤਾਸੇ ਪਾ ਦਿਓ। ਪਾ ਦਿੱਤੇ ਗਏ। ਕੁਝ ਚਿਰ ਬਾਅਦ ਸਤਿਗੁਰੂ ਜੀ ਕਹਿਣ ਲੱਗੇ, ਦੇਖਿਓ ਉਹ ਜਿਹੜਾ ਪੱਥਰਾਂ ਵਾਲਾ ਘੜਾ ਹੈ, ਪੱਥਰ ਘੁਲ ਗਏ ਪਾਣੀ 'ਚ। ਸਿੱਖ ਹੱਸ ਕੇ ਕਹਿਣ ਲੱਗੇ, ਮਹਾਰਾਜ ਪੱਥਰ ਕੀ ਘੁਲਣੇ ਨੇ? ਪੱਥਰ ਮਾੜੇ ਜੇ ਭਿੱਜੇ ਨੇ, ਬਾਹਰ ਕੱਢਾਂਗੇ ਉਹ ਸੁੱਕ ਜਾਣੇ ਨੇ। ਪੱਥਰ ਤੇ ਪੱਥਰ ਹੀ ਨੇ, ਬਾਹਰ ਕੱਢੇ ਤੇ ਸੁੱਕ ਗਏ। ਦੂਜੇ ਕੱਢੇ, ਮਿੱਟੀ ਦੇ ਵਾਲੇ ਦੇਖਿਆ, ਕਹਿੰਦੇ ਮਿੱਟੀ ਘੁਲ ਤਾਂ ਗਈ ਪਰ ਪਾਣੀ ਗੰਧਲਾ ਹੋ ਗਿਆ, ਮਿੱਟੀ ਦਾ ਰੰਗ ਪਾਣੀ 'ਚੋਂ ਨਜ਼ਰ ਆ ਰਿਹਾ। ਤੀਜੇ ਦੇ ਬਾਰੇ ਨਜ਼ਰ ਮਾਰੀ, ਕਹਿਣ ਲੱਗੇ ਮਹਾਰਾਜ ਪਤਾਸੇ ਘੁਲ ਗਏ, ਪਾਣੀ ਮਿੱਠਾ ਹੋ ਗਿਆ। ਪਾਣੀ ਗੰਧਲਾ ਨਹੀਂ ਹੈ, ਮਿੱਠਾ ਹੋ ਗਿਆ। ਸਤਿਗੁਰੂ ਜੀ ਕਹਿਣ ਲੱਗੇ 3 ਤਰ੍ਹਾਂ ਦੇ ਪ੍ਰਾਣੀ ਆਉਂਦੇ ਨੇ ਸਤ ਸੰਗਤ 'ਚ। ਇੱਕ ਤੇ ਆਉਂਦੇ ਨੇ ਪੱਥਰ ਵਰਗੇ, ਆਏ, ਮਾੜਾ ਜਿਹਾ ਅਸਰ ਹੋਇਆ, ਬੜਾ ਸੋਹਣਾ ਕੀਰਤਨ ਚੱਲ ਰਿਹਾ ਹੈ, ਕੀਰਤਨ ਦੇ ਵਿੱਚ ਮਸਤੀ ਆ ਜਾਂਦੀ ਹੈ, ਆਪਾਂ ਉਦਾਂ ਹੀ ਸਿਰ ਮਾਰਦੇ ਹਾਂ, ਅੱਖਾਂ ਮੀਟ ਕੇ ਬੈਠਦੇ, ਬੜਾ ਆਨੰਦ ਬਣਦਾ। ਪਰ ਜਦੋਂ ਇੱਥੋਂ ਉੱਠੇ ਉਸ ਵੇਲੇ ਉਹ ਆਨੰਦ ਖਤਮ ਹੋ ਗਿਆ। ਉਹ ਪ੍ਰਭਾਵ ਇੱਥੇ ਤੱਕ ਹੀ ਰਿਹਾ। ਇਹਦੋਂ ਬਾਅਦ ਫਿਰ ਦੁਨੀਆ ਦਾ ਪ੍ਰਭਾਵ ਪੈ ਗਿਆ, ਕਿਉਂਕਿ ਅੰਦਰੋਂ ਅਸੀਂ ਅਜੇ ਕਠੋਰ ਹਾਂ, ਪੱਥਰ ਵਰਗੇ, ਅੰਦਰੋਂ ਪ੍ਰਭਾਵ ਪਿਆ ਨਹੀਂ। ਇੱਕ ਉਹ ਨੇ ਜਿਹੜੇ ਆਉਂਦੇ ਨੇ, ਲੇਕਿਨ ਆ ਕੇ ਉਹ ਇਹ ਦੱਸਣਾ ਚਾਹੁੰਦੇ ਕਿ ਅਸੀਂ ਆ ਗਏ ਹਾਂ, ਪਤਾ ਲੱਗ ਜਾਏ ਲੋਕਾਂ ਨੂੰ ਕਿ ਅਸੀਂ ਵੀ ਪਹੁੰਚ ਗਏ, ਆਪਾਂ ਕੁਝ ਹੈਗੇ ਹਾਂ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਆਪਣਾ ਪ੍ਰਭਾਵ ਛੱਡਣਾ, ਆਪਣਾ ਅਸਰ ਛੱਡਣਾ। ਮਿੱਟੀ ਜਿਹੜੀ ਹੈ ਜਿਵੇਂ ਦੱਸਦੀ ਹੈ ਕਿਵੇਂ ਪਾਣੀ ਵਿੱਚ ਹਾਂ, ਉਹ ਨਜ਼ਰ ਆਉਂਦੀ ਹੈ। ਇਵੇਂ ਜੇ ਅਸੀਂ ਗੁਰੂ ਦੀ ਹਜ਼ੂਰੀ 'ਚ ਆ ਕੇ ਵੀ ਨਜ਼ਰ ਹੀ ਆਉਣਾ ਚਾਹੀਏ ਕਿ ਦੁਨੀਆ ਸਾਨੂੰ ਦੇਖੇ, ਪਤਾ ਲੱਗ ਜਾਏ ਕਿ ਆਪਾਂ ਆ ਗਏ, ਇੱਥੇ ਪਹੁੰਚ ਗਏ ਹਾਂ। ਤੇ ਸਤਿਗੁਰੂ ਜੀ ਕਹਿੰਦੇ ਤੇ ਸੁਭਾਅ ਮਿੱਟੀ ਵਰਗਾ ਹੈ, ਇਹ ਵੀ ਠੀਕ ਨਹੀਂ। ਇੱਕ ਸੁਭਾਅ ਹੈ ਪਤਾਸੇ ਵਰਗਾ। ਪਤਾਸਾ ਘੁਲ ਗਿਆ, ਪਾਣੀ ਨੂੰ ਵੀ ਮਿੱਠਿਆ ਕਰਤਾ, ਆਪਣੇ ਆਪ ਨੂੰ ਖਤਮ ਕਰਤਾ, ਨਜ਼ਰ ਹੀ ਨਹੀਂ ਆਉਂਦਾ। ਨਾ ਉਹਦਾ ਰੰਗ ਹੈ, ਨਾ ਉਹਦਾ ਆਕਾਰ ਹੈ। ਪੱਥਰ ਦਾ ਆਕਾਰ ਸੀ, ਮਿੱਟੀ ਦਾ ਰੰਗ ਹੈ। ਹੁਣ ਇੱਥੇ ਪਤਾਸੇ ਦਾ ਆਕਾਰ ਵੀ ਮਿਟ ਗਿਆ, ਪਤਾਸੇ ਦਾ ਰੰਗ ਵੀ ਮਿਟ ਗਿਆ, ਉਹਨੇ ਪਾਣੀ ਨੂੰ ਮਿੱਠਿਆ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਆਪਾਂ ਪਤਾਸੇ ਬਣ ਕੇ ਆਉਣਾ, ਐਨ ਘੁਲ ਜਾਣਾ ਸੰਗਤ ਵਿੱਚ। ਇਵੇਂ ਬੈਠਣਾ ਕਿ ਕਿਸੇ ਨੂੰ ਪਤਾ ਹੀ ਨਾ ਲੱਗੇ, ਜਿੱਥੇ ਠਾਂ ਮਿਲ ਜੇ ਬੈਠ ਜਾਈਏ। ਅਗਲੀ ਗੱਲ ਕਿ ਸਾਡੇ ਬੈਠਿਆਂ ਵਾਤਾਵਰਨ ਹੀ ਜਿਹੜਾ ਨਾ ਵਧੀਆ ਬਣ ਜਾਏ, ਲੋਕਾਂ ਦੇ ਚੰਗਾ ਪ੍ਰਭਾਵ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਸੰਗਤ ਵਿੱਚ ਆਓ,
पर सत संगत विच आके ਜਿਹੜੇ ਇੱਕ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਨੇ, ਸਿਮਰਤ ਏਕ ਅਚਤ ਅਵਿਨਾਸ਼ੀ, ਜਿਹੜੇ ਸਤ ਸੰਗਤ ਵਿੱਚ ਆ ਕੇ ਇੱਕ ਸਦਾ ਕਾਇਮ ਰਹਿਣ ਵਾਲੇ ਅਵਿਨਾਸ਼ੀ ਵਾਹਿਗੁਰੂ ਜੀ ਦੇ ਪਿਆਰ ਵਿੱਚ ਹੀ ਜੁੜਦੇ ਨੇ। ਬਿਨਸੇ ਮਾਇਆ ਮਾਦ, ਉਹਨਾਂ ਦੇ ਅੰਦਰੋਂ ਮਾਇਆ ਦੇ ਜਿਹੜੇ ਨਸ਼ੇ ਨੇ, ਮਾਦ ਮਿਹਣਾ ਮਦ ਮਿਹਣਾ ਨਸ਼ੇ, ਮਾਇਆ ਦੀ ਮਸਤੀ ਜਿਹੜੀ ਉਹ ਮੁੱਕ ਜਾਂਦੀ ਹੈ। ਉਹ ਮਾਇਆ ਨੂੰ ਫਿਰ ਆਪਣੀ ਨਹੀਂ ਰੱਬ ਦੀ ਦਾਤ ਸਮਝਦੇ ਨੇ ਕਿ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਇਹ ਮਾਇਆ ਵਰਤਣ ਦੀ ਸਹੂਲਤ ਦਿੱਤੀ ਹੈ, ਇਹ ਕਿਰਪਾ ਕਰਕੇ ਉਹਨੇ ਘਰ ਦਿੱਤੇ ਨੇ, ਸਾਨੂੰ ਰਹਿਣ ਲਈ ਸੋਹਣੇ ਕਰ ਦਿੱਤੇ ਨੇ, ਰੱਬ ਦਾ ਉਹ ਧੰਨਵਾਦ ਕਰਦੇ ਨੇ। ਹੰਕਾਰ ਨਹੀਂ ਕਰਦੇ ਕਿ ਮੇਰੇ ਕੋਲ ਬਹੁਤ ਵੱਡਾ ਘਰ, ਉਹ ਕਹਿੰਦੇ ਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਸੋਹਣੇ ਕਰ ਦਿੱਤੇ ਨੇ ਰਹਿਣ ਲਈ। ਚੀਜ਼ ਉਹੀ ਹੈ ਪਰ ਇੱਕ ਦ੍ਰਿਸ਼ਟੀਕੋਣ ਹੈ। ਕੋਈ ਕਹਿੰਦਾ ਘਰ ਮੇਰਾ ਹੈ, ਕੋਈ ਕਹਿੰਦਾ ਰੱਬ ਦੀ ਇਹ ਦਾਤ ਹੈ। ਘਰ ਤੇ ਘਰ ਹੀ ਹੈ ਨਾ, ਲੇਕਿਨ ਕੋਈ ਇਹ ਜਦੋਂ ਸਾਡਾ ਦ੍ਰਿਸ਼ਟੀਕੋਣ ਬਦਲ ਜਾਏ ਨਾ, ਕਿਸੇ ਚੀਜ਼ ਦੇ ਪ੍ਰਤੀ ਜਦੋਂ ਦ੍ਰਿਸ਼ਟੀਕੋਣ ਬਦਲ ਜਾਏ, ਉਦੋਂ ਹੀ ਸਾਡੇ ਅੰਦਰ ਨਾ ਸੁਖ ਵਰਤਣਾ ਸ਼ੁਰੂ ਹੋ ਜਾਂਦਾ ਹੈ। ਸੁਖ ਕਿਸੇ ਪਦਾਰਥ 'ਚ ਨਹੀਂ, ਕਿਸੇ ਵਸਤੂ 'ਚ ਨਹੀਂ ਹੈ, ਕਿਸੇ ਵਿਅਕਤੀ 'ਚ ਨਹੀਂ ਹੈ, ਕਿਸੇ ਥਾਂ ਤੇ ਜਾ ਕੇ ਨਹੀਂ ਹੈ। ਕਿਤੇ ਜੁਗਤ ਵਰਤਿਆ ਨਹੀਂ ਕਿਹਾ ਹੈ ਵਿਧੀ ਵਰਤੋ ਤੇ ਤੁਹਾਨੂੰ ਸੁਖ ਮਿਲੇਗਾ। ਸੁਖ ਇੱਕੋ ਗੱਲ ਵਿੱਚ ਹੈ ਕਿ ਆਪਣੀ ਸੋਚ ਬਦਲ ਲਓ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜੇ ਸਾਨੂੰ ਜ਼ਿੰਦਗੀ 'ਚ ਦੁੱਖ ਨੇ ਤੇ ਦੁੱਖਾਂ ਦਾ ਇੱਕੋ ਇੱਕ ਕਾਰਨ ਹੈ ਕਿ ਮੇਰਾ ਹੈ ਸਭ ਕੁਝ ਹੀ, ਮੈਂ ਹਾਂ, ਮੇਰੇ ਤੋਂ ਬਿਨਾਂ ਕੰਮ ਚੱਲਣਾ ਹੀ ਨਹੀਂ। ਇਹ ਮੈਂ ਮੇਰੀ ਕਰਤੇ ਜਨਮ ਗਏ ਹੋ, ਜਬ ਲਗ ਮੇਰੀ ਕਰੇ तब लग काज एक नहीं सरे, जब मेरी मिट जाए तब प्रभ काज सवारे आए। जिन्ना चिर मैं मेरी बंदा करदा दुखी होना चिर है, ये मैं करके दुखी है। तो जदों ये भावना आ जाए कि सब कुछ परमात्मा का ही है, मेरा मुझ में किछ नहीं, ये घर वाहिगुरू रहना तो साडे कोल ही है, रहना असी उस घर च है, पर वो घर आनंद का घर बन जाएगा जदों साडे दृष्टिकोण बन गया। तो रब की दात है भी साडा की है, ਇਹ ਕਾਰੋਬਾਰ ਤੇ ਰੱਬ ਦੇ ਦਿੱਤੇ ਹੋਏ ਨੇ, ਸਾਡਾ ਕੀ ਹੈ? ਉਹਦੀ ਬਖਸ਼ਿਸ਼ ਹੈ, ਸਾਨੂੰ ਇਹ ਵਡਿਆਈ ਦਿੱਤੀ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਇਆ ਦੇ ਨਸ਼ੇ, ਮਾਇਆ ਦੀ ਮਸਤੀ ਖਤਮ ਹੋ ਜਾਂਦੀ ਹੈ। ਆਮ ਬੰਦਾ ਜਿਹੜਾ ਹੈ ਨਾ, ਦੇਖੋ ਪ੍ਰਮਾਤਮਾ ਸਰਬ ਵਿਆਪਕ ਹੈ, परमात्मा साडे अंदर भी है, साडे घर च भी है, साडे बाहर भी है। असी परमात्मा नूं लभण लई जाने, कोई जंगलां जांदा है, कोई धर्म स्थानां ते जांदा है, कोई कहंदा रब दे नाल किवें जुड़िया जाए। सतगुरु जी कहंदे परमात्मा सारे थावां ते है, साजन सब कह निकट खड़ा, सारियां दे नेड़े साजनड़ा, मेरा साजनड़ा निकट खलोएड़ा साजनड़ा, वो सारियां दे नेड़े है। फिर बंदा कहंदा तुसीं कहंदे नेड़े है, सानू ते दिसदा ही नहीं है। सतगुरु जी कहंदे तैनू नहीं दिसदा, ये तेरियां अखां दी कमजोरी है, ये तेरा देखण दा तरीका है। देखो ना इक्को ही चीज़ है, साडी कार खराब हो गई, सानू उहदे नुक्स दा पता नहीं। कारीगर कोल गए, उन्हें आवाज़ सुनदियां कहता इहदा ते आ काम खराब है, इहदे च नुक्स है, उहदे कोई दृष्टि है ना देखण दे लई। इसे तरीके नाल बंदा बीमार है, सानू पता नहीं। डॉक्टर को गए, डॉक्टर ने नब्ज देखी, डॉक्टर ने उन्हें चंगी तरह चेक किया, डॉक्टर कहने उन्हें तय कसूर है। वो कोल दृष्टि है ना अपनी, ये वो डॉक्टर भी तो बंदे ही ने, साडे चों ही परिवारां चों ने, किसी दा भरा, किसी दा पिता, किसी दा बच्चा होएगा डॉक्टर, वो भी तो आम इंसान ने, लेकिन उन्होंने एक सुरत प्राप्त कर ली, एक दृष्टिकोण प्राप्त कर लिया। इसे तरीके नाल सत संगत विच आके एक दृष्टि मिलती है, साडा एक नजरिया बदलता है। सतगुरु जी कहने परमात्मा नेड़े है, पर सानू नजर क्यों नहीं आता? क्योंकि माया मद माता होछी बाता मिल ना जाई भरम तड़ा। असी माया च ही मस्त तुरे फिरदे हां, साडे मन च ते भरम ही बड़े ने, असी ते धड़ियां च ही वंडे होए हां। परमात्मा कित्थों मिल जाएगा? सत संगत विच आके धड़ियां तो मुक्त होना है, सत संगत विच आके भरम तो मुक्त होना है। ज्यों ज्यों भरम तो मुक्त हुंदे जावांगे, त्यों त्यों सानू परमात्मा की नेड़ता मिलती जाएगी, परमात्मा दे दीदार होंदे जाणगे। इस करके सतगुरु सच्चे पातशाह जी कहंदे मिल न माया मद माता होछी बाता मिल न जाई भरम तड़ा। बंदिया तू ते माया च मस्त फिरिया। कई तरीकों नाल माया दा मान है, किसी नूं अपने रूप दा मान, ये भी माया है, किसी नूं अपने कारोबार दा मान, ये भी माया है, किसी नूं अपनी विद्वता दा मान, ये सब माया दी मस्ती है, माया दे नशे ने। पर जदों असीं सत संगत विच आउंदे हां, बिन से माया मात, उदों माया दे जिहड़े नशे ने, मस्ती है, वो टुटनी शुरू हो जाती है। इत्थे आके की पता लगता है कि इत्थे ते बड़े रब दे प्यारे बैठे ने, रब दे प्यार जुड़न वाले बैठे ने। ते सतगुरु साहब जी कहंदे सहज आनंद
ਅਨਹਤ ਧੁਨ ਬਾਣੀ ਬੌਰ ਨ ਭਏ ਬੇਖਾਦ। ਸਤ ਸੰਗਤ ਵਿੱਚ ਆ ਕੇ ਕੇਵਲ ਇੱਕ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਿਆਂ ਕੀ ਮਿਲਦਾ? ਸਤ ਸੰਗਤ ਵੀ ਮਹਾਨ ਹੈ, ਪਰਮਾਤਮਾ ਦਾ ਨਾਮ ਵੀ ਮਹਾਨ ਹੈ, ਪਰ ਇਹਨਾਂ ਦਾ ਆਪਸ ਵਿੱਚ ਇੱਕ ਸੁਮੇਲ ਹੈ ਦੋਵਾਂ ਚੀਜ਼ਾਂ ਦਾ। ਜੇ ਕੇਵਲ ਅਸੀਂ ਸਤ ਸੰਗਤ 'ਚ ਆਏ, ਗੁਰੂ ਕੋਲ ਆਏ, ਤੇ ਅਸੀਂ ਨਾਮ ਨਾਲ ਨਾ ਜੁੜੇ ਤਾਂ ਵੀ ਗੱਲ ਨਹੀਂ ਬਣਨੀ। ਭਾਈ ਗੁਰਦਾਸ ਜੀ ਨੇ ਨਾ ਬੜੀਆਂ ਸੋਹਣੀਆਂ ਉਦਾਹਰਨਾਂ 3-4 ਦੇ ਕੇ ਇੱਕ ਬੜੀ ਸੋਹਣੀ ਗੱਲ ਸਮਝਾਈ। ਹਵਾ ਚੱਲਦੀ ਹੈ ਨਾ, ਹਵਾ ਦੇ ਚੱਲਣ ਦੇ ਨਾਲ ਉਹ ਸੁਗੰਧਿਤ ਹੋ ਕੇ ਜਦੋਂ ਆਏ, ਆਪਾਂ ਕਹਿੰਦੇ ਇੱਧਰ ਫੁੱਲ ਨੇ, ਇੱਧਰ ਚੰਦਨ ਹੈ, ਹਵਾ ਸੁਗੰਧਿਤ ਹੋਏ, ਜਿਹੜੇ ਚੰਦਨ ਦਾ ਪਤਾ ਲਗਾਉਂਦੇ ਨੇ ਉਹਨਾਂ ਕੋਲ ਇਹੀ ਤਰੀਕਾ ਹੈ ਕਿ ਉਹ ਹਵਾ ਜਿੱਧਰੋਂ ਸੁਗੰਧਿਤ ਹੋ ਕੇ ਚੰਦਨ ਦੀ ਸਮੈਲ ਆਏ, ਕਹਿੰਦੇ ਇੱਧਰ ਚੰਦਨ ਦੇ ਬੂਟੇ ਹੈਗੇ ਨੇ। ਉਹ ਹਵਾ ਨੇ ਚੰਦਨ ਦੀ ਵਡਿਆਈ ਪ੍ਰਗਟ ਕੀਤੀ, ਚੰਦਨ ਬਾਰੇ ਦੱਸਿਆ, ਪਰ ਜੇ ਚੰਦਨ ਨਾ ਹੁੰਦਾ ਤੇ ਉਹਨੂੰ ਹਵਾ ਕਿੱਥੋਂ ਮਿਲਣੀ ਸੀ? ਹਵਾ ਨੂੰ ਸੁਗੰਧੀ ਮਿਲੀ ਚੰਦਨ ਕੋਲੋਂ, ਤੇ ਚੰਦਨ ਦੀ ਵਡਿਆਈ ਜਿਹੜੀ ਉਹ ਹਵਾ ਦੇ ਰਾਹੀਂ ਬਣੀ। ਨਹੀਂ ਤੇ ਚੰਦਨ ਜੰਗਲ ਵਿੱਚ ਬੈਠਾ, ਕੀ ਪਤਾ ਉਹ ਚੰਦਨ ਹੈ ਕਿ ਲੱਕੜ? ਉਹ ਤੇ ਲੱਕੜੀ ਹੈ ਫਿਰ ਆਮ। ਚੰਦਨ ਦੀ ਕਦਰ ਤਾਂ ਲੋਕਾਂ 'ਚ ਆ ਕੇ ਪਏਗੀ ਨਾ। ਚੰਦਨ ਉੱਥੇ ਚੰਦਨ ਹੈ, ਰਹੀ ਜਾਏ, ਲੇਕਿਨ ਉਹਦੀ ਕਦਰ ਕੀਮਤ ਜਿਹੜੀ ਹੈ ਉਹ ਤੇ ਲੋਕਾਂ ਦੇ ਹੱਥਾਂ 'ਚ ਆਏਗਾ ਤੇ ਪਏਗੀ ਨਾ। ਉਹਦੀ ਕਦਰ ਕੀਮਤ ਪਾਈ ਹਵਾ ਨੇ, ਤੇ ਹਵਾ ਦੀ ਕੀਮਤ ਵਧਾਈ ਚੰਦਨ ਨੇ। ਦੋਵਾਂ ਦਾ ਮੇਲ ਹੈ। ਜਹਾਜ਼ ਖੜਾ ਹੈ ਬੜਾ ਕੀਮਤੀ, ਬੜਾ ਸੋਹਣਾ ਨਵਾਂ ਸ਼ਿਪ ਜਿਹਨੂੰ ਆਪਾਂ ਕਹਿੰਦੇ ਆ, ਲੇਕਿਨ ਉਹਨੂੰ ਚਲਾਉਣ ਵਾਲਾ ਡਰਾਈਵਰ ਹੀ ਕੋਈ ਨਹੀਂ ਹੈ, ਪਾਇਲਟ ਹੀ ਕੋਈ ਨਹੀਂ ਹੈ। ਤੁਸੀਂ ਜਹਾਜ਼ ਤੇ ਚੜ੍ਹ ਕੇ ਕੋਈ ਪਾਰ ਉਤਰ ਜਾਓਗੇ ਦਰਿਆ ਤੋਂ, ਸਮੁੰਦਰ ਤੋਂ, ਪਾਇਲਟ ਕੋਈ ਨਹੀਂ ਹੈ। ਦੂਜੇ ਬੰਨੇ ਪਾਇਲਟ ਬੜਾ ਟ੍ਰੇਨਡ ਹੋਏ, ਸਿਆਣਾ ਹੋਏ, ਐਕਸਪਰਟ ਹੋਏ, ਪਰ ਜਹਾਜ਼ ਹੀ ਹੈ ਨਹੀਂ ਹੈ। ਜੇ ਜਹਾਜ਼ ਨਹੀਂ ਹੈ, ਪਾਇਲਟ ਥੋੜਾ ਤੁਹਾਨੂੰ ਪਾਰ ਲੰਘਾ ਦੇਵੇਗਾ। ਜੇ ਪਾਇਲਟ ਨਹੀਂ ਤੇ ਜਹਾਜ਼ ਵੀ ਤੁਹਾਨੂੰ ਪਾਰ ਨਹੀਂ ਲਗਾਏਗਾ। ਜਹਾਜ਼ ਵੀ ਚਾਹੀਦਾ ਹੈ ਤੇ ਪਾਇਲਟ ਵੀ ਚਾਹੀਦਾ ਹੈ। ਦੇਖੋ ਜਿਵੇਂ ਦਵਾਈ ਹੈ, ਦਵਾਈ ਦੇ ਗੁਣਾਂ ਦਾ ਪਤਾ ਸਾਨੂੰ ਨਹੀਂ ਹੈ। ਕਈ ਵਾਰੀ ਨਾ ਸਾਡੇ ਘਰ 'ਚ ਬਹੁਤ ਕੁਝ ਹੁੰਦਾ ਹੈ, ਸਾਡੇ ਘਰ 'ਚ ਬੜੀਆਂ ਦਵਾਈਆਂ ਨੇ, ਰਸੋਈ 'ਚ ਹੀ ਦਵਾਈਆਂ ਨੇ, ਸਾਨੂੰ ਉਹਦੇ ਗੁਣਾਂ ਦਾ ਹੀ ਨਹੀਂ ਪਤਾ। ਰਸੋਈ 'ਚ ਹੀ ਸਭ ਕੁਝ ਹੈਗਾ। ਮਨੁੱਖ ਦੀ ਤੰਦਰੁਸਤੀ ਦੇ ਲਈ ਰੱਬ ਨੇ ਸਭ ਕੁਝ ਉਹਦੇ ਕੋਲ ਹੀ ਬਣਾਇਆ ਹੋਇਆ, ਉਹਦੇ ਅੰਦਰ ਹੀ ਰੱਖਿਆ ਹੋਇਆ, ਲੇਕਿਨ ਮਨੁੱਖ ਨੂੰ ਗਿਆਨ ਨਹੀਂ ਹੈ। ਹੁਣ ਉਹਨਾਂ ਚੀਜ਼ਾਂ ਦੀ ਵਡਿਆਈ ਸਾਨੂੰ ਕਿਸੇ ਵੈਦ ਪਾਸੋਂ ਪਤਾ ਲੱਗੇਗੀ ਕਿ ਇਹ ਚੀਜ਼ ਦਾ ਆਹ ਫਾਇਦਾ ਹੈ। ਡਾਕਟਰ ਕਹਿੰਦੇ ਇਹ ਚੀਜ਼ ਦਾ ਫਾਇਦਾ ਹੈ, ਇਹ ਚੀਜ਼ ਦਾ ਆਹ ਲਾਭ ਹੈ। ਸਾਨੂੰ ਡਾਕਟਰ ਦਵਾਈ ਦੇ ਗੁਣ ਪ੍ਰਗਟ ਕਰਦਾ ਹੈ, ਦਵਾਈ ਦੀ ਵਡਿਆਈ ਦੱਸਦਾ ਹੈ। ਤੇ ਜੇ ਦਵਾਈ ਨਾ ਹੋਏ ਤੇ ਡਾਕਟਰ ਦਾ ਕੀ ਪਤਾ ਲੱਗੇਗਾ? ਡਾਕਟਰ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਏ, ਦਵਾਈ ਹੈ ਨਹੀਂ, ਗੱਲਾਂ ਨਾਲ ਥੋੜਾ ਰੋਗ ਦੂਰ ਹੋ ਜਾਏਗਾ। ਉੱਥੇ ਤੇ ਦਵਾਈ ਚਾਹੀਦੀ ਹੈ। ਡਾਕਟਰ ਵੀ ਸਿਆਣਾ ਚਾਹੀਦਾ ਹੈ, ਦਵਾਈ ਵੀ ਚਾਹੀਦੀ ਹੈ, ਜਹਾਜ਼ ਵੀ ਵਧੀਆ ਚਾਹੀਦਾ ਹੈ, ਮੱਲਾ ਵੀ ਵਧੀਆ ਚਾਹੀਦਾ ਹੈ। ਇਸੇ ਤਰੀਕੇ ਦੇ ਨਾਲ ਸਤ ਸੰਗਤ ਵੀ ਚਾਹੀਦੀ ਹੈ, ਪਰ ਸਤ ਸੰਗਤ ਵਿੱਚ ਇਕੱਲਾ ਬੈਠਣ ਦੇ ਨਾਲ ਹੀ ਗੱਲ ਨਹੀਂ ਬਣ ਜਾਏਗੀ। ਸਤ ਸੰਗਤ ਵਿੱਚ ਆ ਕੇ ਸਾਡੀ ਸੁਰਤ ਜੁੜੇ ਪ੍ਰਮਾਤਮਾ ਦੇ ਪਿਆਰ ਵਿੱਚ, ਜੁੜੇ ਉਹ ਵਾਹਿਗੁਰੂ ਦੇ ਪਿਆਰ 'ਚ। ਜਦੋਂ ਕੇਵਲ ਇੱਕ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਗਏ ਤੇ ਸਤਿਗੁਰੂ ਜੀ ਕਹਿੰਦੇ ਫਿਰ ਕੀ ਹੁੰਦਾ? ਸਹਿਜ ਆਨੰਦ ਅਨਹਦ ਧੁਨ ਬਾਣੀ ਬੌਰ ਨ ਭਏ ਬੇਖਾਦ। ਇੱਥੇ ਆ ਕੇ ਸਹਿਜ ਦੀ ਪ੍ਰਾਪਤੀ ਹੁੰਦੀ। ਸਹਿਜ ਦਾ ਅਰਥ ਹੁੰਦਾ ਹੈ ਆਤਮਿਕ ਅਡੋਲਤਾ। ਸਹਿਜ ਦਾ ਅਰਥ ਹੁੰਦਾ ਬੈਲੈਂਸ, ਜ਼ਿੰਦਗੀ ਦਾ ਬੈਲੈਂਸ। ਹੁਣ ਅਸੀਂ ਬੈਲੈਂਸ ਨਹੀਂ ਹੈ, ਝੱਟ ਗੁੱਸਾ ਆ ਜਾਂਦਾ ਹੈ, ਝੱਟ ਖੁਸ਼ ਹੋ ਜਾਂਦੇ ਹਾਂ, ਝੱਟ ਬੜੇ ਦਿਆਲੂ ਹੋ ਜਾਂਦੇ ਹਾਂ, ਝੱਟ ਬੜੇ ਕੰਜੂਸ ਬਣ ਜਾਂਦੇ ਹਾਂ, ਝੱਟ ਕਿਸੇ ਨੂੰ ਪਿਆਰ ਕਰਦੇ ਝੱਟ ਹੀ ਸਾਡਾ ਵੈਰ ਖੜਾ ਹੋ ਜਾਂਦਾ ਹੈ। ਦੇਖਦੇ ਹੀ ਹਾਂ ਘਰ 'ਚ ਪਿਆਰ ਹੈ, ਝੱਟ ਹੀ ਦੁਸ਼ਮਣੀਆਂ ਖੜੀਆਂ ਹੋ ਜਾਂਦੀਆਂ ਨੇ, ਕਿਉਂਕਿ ਬੈਲੈਂਸ ਨਹੀਂ ਹੈ ਸਾਡੀ ਜ਼ਿੰਦਗੀ, ਇੱਕ ਰਸ ਨਹੀਂ ਹੈ। ਸਹਿਜ ਦਾ ਅਰਥ ਹੁੰਦਾ ਬੈਲੈਂਸ, ਅਡੋਲਤਾ, ਇੱਕ ਰਸ ਜ਼ਿੰਦਗੀ ਬਤੀਤ ਕਰਨੀ। ਗੁਰੂ ਬਾਬਾ ਜੀ ਕਹਿੰਦੇ ਸਤ ਸੰਗਤ ਵਿੱਚ ਆ ਕੇ ਤੁਹਾਨੂੰ ਇਹ ਸਹਿਜ ਮਿਲੇਗਾ। ਜਿਉਂ-ਜਿਉਂ ਸਤ ਸੰਗਤ 'ਚ ਆ ਕੇ ਪ੍ਰਮਾਤਮਾ ਦੇ ਪਿਆਰ ਨਾਲ ਜੁੜੋਗੇ। ਕੋਈ ਇਕੱਲੇ ਤੌਰ ਤੇ ਸਿਮਰਨ ਕਰਦਾ ਭਾਗਾਂ ਵਾਲਾ ਹੈ ਭਾਈ, ਸਿਮਰਨ ਕਿੱਦਾਂ ਵੀ ਕਰੇ, ਕੋਈ ਚੰਗੀ ਗੱਲ ਹੈ, ਪਰ ਜਿਹਨੂੰ ਆਪਾਂ ਕਹਿੰਦੇ ਨਾ ਸਹਿਜ, ਸਹਿਜ ਉਹ ਸਤ ਸੰਗਤ ਵਿੱਚ ਆ ਕੇ ਮਿਲਣਾ। ਇੱਥੇ ਅਸੀਂ ਹੋਰ ਸੰਗਤ ਵਿੱਚ ਬੈਠਦੇ ਹਾਂ, ਦੂਜੇ ਰੱਬੀ ਪਿਆਰਿਆਂ ਕੋਲ ਬੈਠਦੇ ਹਾਂ, ਉੱਥੇ ਬੈਠ ਕੇ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ। ਆਮ ਦੇਖਦੇ ਹਾਂ ਹੁਣ ਮੌਸਮ ਮਾਹੌਲ ਜਿਹੋ ਜਿਹਾ ਚੱਲ ਰਿਹਾ, ਪਿਛਲੇ ਤਕਰੀਬਨ 1.5-2 ਸਾਲ ਤੋਂ ਬੱਚੇ ਘਰਾਂ 'ਚ ਬੈਠੇ ਆਨਲਾਈਨ ਪੜ੍ਹ ਰਹੇ ਨੇ। ਕੀ ਆਨਲਾਈਨ ਪੜ੍ਹਿਆ ਜਾ ਸਕਦਾ ਹੈ? ਫਿਰ ਸਕੂਲ ਕਾਹਦੇ ਲਈ ਖੋਲ੍ਹੇ ਨੇ ਜੇ ਆਨਲਾਈਨ ਪੜ੍ਹਿਆ ਜਾ ਸਕਦਾ ਹੈ? ਫਿਰ ਤੇ ਸਕੂਲਾਂ ਦੀ ਲੋੜ ਹੀ ਨਹੀਂ ਜੇ ਆਨਲਾਈਨ ਪੜ੍ਹਿਆ ਜਾਏ। ਜੇ ਇਵੇਂ ਘਰਾਂ 'ਚ ਬੈਠ ਕੇ ਪੜ੍ਹਿਆ ਜਾਏ ਤੇ ਵੱਡੇ ਵੱਡੇ ਜਿਹੜੇ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਸਕੂਲਾਂ 'ਚ ਹੀ ਨਾ ਭੇਜਣ। ਸਕੂਲ 'ਚ ਇਕੱਲਾ ਕੋਈ ਬੱਚਾ ਕਿਤਾਬਾਂ ਪੜ੍ਹਨ ਲਈ ਨਹੀਂ ਜਾਂਦਾ, ਇਕੱਲਾ ਕਿਤਾਬਾਂ ਪੜ੍ਹਨ ਲਈ ਹੀ ਨਹੀਂ ਜਾਂਦਾ। ਸਕੂਲ ਵਿੱਚ ਹੋਰ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।
ਮਨੁੱਖ ਦੀ, ਬੱਚੇ ਦੀ ਸ਼ਖਸੀਅਤ ਜਿਹੜੀ ਹੈ ਉਹ ਬਣਦੀ ਸਕੂਲ ਵਿੱਚ ਜਾ ਕੇ ਹੈ। ਇਸ ਕਰਕੇ ਸਕੂਲ ਜ਼ਰੂਰੀ ਨੇ। ਜਿਵੇਂ ਸਕੂਲ ਵਿੱਚ ਜਾ ਕੇ ਹੀ ਪੜ੍ਹਿਆ ਜਾਂਦਾ ਹੈ। ਮਤਾਂ ਕੋਈ ਕਹੇ ਕਿ ਆਨਲਾਈਨ ਬੈਠੇ ਅਸੀਂ ਸਿਮਰਨ ਕਰ ਲਵਾਂਗੇ, ਆਨਲਾਈਨ ਬੈਠੇ ਹਾਂ, ਮੁਬਾਰਕ ਹੈ। ਜਦੋਂ ਕੋਈ ਸਾਧਨ ਨਹੀਂ, ਇਹ ਵਧੀਆ ਗੱਲ ਹੈ। ਸਾਡੀ ਜੇਬ 'ਚ ਫੋਨ ਹੈ, ਅਸੀਂ ਕੀਰਤਨ ਸੁਣ ਸਕਦੇ ਹਾਂ, ਕੰਮ ਕਰਦੇ ਹਾਂ, ਅਸੀਂ ਰੱਬ ਦੇ ਪਿਆਰ ਪਾਸੇ ਜੁੜ ਸਕਦੇ, ਬਹੁਤ ਵਧੀਆ ਸਹੂਲਤ ਹੈ। ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਇਹਨਾਂ ਸਾਧਨਾਂ ਦੇ ਰਾਹੀਂ ਅਸੀਂ ਸਹਿਜ ਨੂੰ ਪ੍ਰਾਪਤ ਕਰ ਜਾਵਾਂਗੇ। ਬਿਲਕੁਲ ਜਿਵੇਂ ਸਕੂਲ ਤੋਂ ਬਿਨਾਂ ਬੱਚਾ ਅੱਗੇ ਨਹੀਂ ਵੱਧ ਸਕਦਾ, ਤਿਵੇਂ ਅਸੀਂ ਸਤ ਸੰਗਤ ਤੋਂ ਬਿਨਾਂ ਸਾਡੇ ਜੀਵਨ ਅੰਦਰ ਸਾਡੀ ਸ਼ਖਸੀਅਤ, ਸਾਡਾ ਕਿਰਦਾਰ, ਸਾਡਾ ਜਿਹੜਾ ਕਰੈਕਟਰ ਹੈ, ਉਹਦੀ ਘਾਟ ਨਹੀਂ ਘੜੀ ਜਾਣੀ, ਉਹ ਸਤ ਸੰਗਤ ਵਿੱਚ ਆ ਕੇ ਘੜੀ ਜਾਣੀ ਹੈ। ਇਸ ਕਰਕੇ ਗੁਰੂ ਬਾਬਾ ਜੀ ਜਦੋਂ ਕਹਿੰਦੇ ਸਤ ਸੰਗਤ 'ਚ ਆ ਕੇ ਪ੍ਰਮਾਤਮਾ ਦੇ ਪਿਆਰ ਜੁੜੇ, ਫਿਰ ਸਹਿਜ ਜ਼ਿੰਦਗੀ 'ਚ ਸਹਿਜ ਆ ਗਿਆ, ਅਡੋਲਤਾ, ਬੈਲੈਂਸ ਬਣ ਗਿਆ, ਆਨੰਦ। ਫਿਰ ਜਿਉਂ-ਜਿਉਂ ਦੇਖੋ ਜਿੰਨਾ ਟਿਕਦੇ ਚਾਹੀਏ ਨਾ ਆਪਾਂ, ਜਿੰਨਾ ਟਿਕਦੇ ਜਾਈਏ, ਸਰੋਵਰ ਦਾ ਪਾਣੀ ਐਨ ਟਿਕਿਆ ਹੋਏ, ਸਾਫ਼ ਹੋਏ ਨਾ, ਉਹਦੇ ਤਲ ਤੇ ਪਈ ਹਰ ਚੀਜ਼ ਨਜ਼ਰ ਆਉਂਦੀ ਹੈ। ਸਰੋਵਰ ਦੇ ਪਾਣੀ ਦੇ ਤਲ ਤੇ ਪਈ ਹਰ ਚੀਜ਼ ਨਜ਼ਰ ਆਉਂਦੀ ਹੈ। ਜਿਉਂ-ਜਿਉਂ ਸਾਡਾ ਮਨ ਟਿਕਦਾ ਜਾਏਗਾ, ਜਦੋਂ ਕਿਤੇ ਟੁੱਕ ਜਾਏ ਨਾ, ਮਾੜਾ ਜਿਹਾ ਕੀਰਤਨ ਸੁਣਦੇ ਟਿਕ ਜਾਏ ਤੇ ਕਿੰਨਾ ਆਨੰਦ ਬਣਦਾ ਹੈ। ਕਿਤੇ ਟਿਕ ਜਾਏ, ਬਾਣੀ ਪੜ੍ਹਦੇ ਹਾਂ ਜਾਂ ਕਿਸੇ ਹੋਰ ਚੀਜ਼ ਨੂੰ ਦੇਖਦੇ ਹਾਂ, ਜਦੋਂ ਮਨ ਟਿਕ ਜਾਏ ਉਦੋਂ ਸਾਡੇ ਅੰਦਰ ਇੱਕ ਖੁਸ਼ੀ ਪੈਦਾ ਹੁੰਦੀ, ਚਾਹ ਪੈਦਾ ਹੁੰਦਾ। ਤੇ ਜਦੋਂ ਸਤ ਸੰਗਤ ਵਿੱਚ ਆ ਕੇ ਸਹਿਜ ਆਤਮਿਕ ਅਡੋਲਤਾ ਮਿਲ ਗਈ, ਫਿਰ ਅੰਦਰ ਆਨੰਦ ਪੈਦਾ ਹੋਏਗਾ। ਆਨੰਦ, ਆਨੰਦ ਦਾ ਅਰਥ ਹੁੰਦਾ ਹੈ, ਇੱਕ ਤੇ ਕੋਈ ਚੀਜ਼ ਮਿਲੀ ਮਾੜੀ ਜੀ, ਸਾਨੂੰ ਖੁਸ਼ੀ ਮਿਲੀ, ਫਿਰ ਉਹ ਖਤਮ ਹੋ ਗਈ, ਫਿਰ ਮਿਲੀ, ਫਿਰ ਖਤਮ ਹੋ ਗਈ। ਪਰ ਆਨੰਦ ਦਾ ਅਰਥ ਹੈ ਕਿ ਜਿਹੜੀ ਖੁਸ਼ੀ ਹਮੇਸ਼ਾ ਕੰਟੀਨਿਊ ਕਾਇਮ ਰਹੇ, ਕੰਟੀਨਿਊ ਲਗਾਤਾਰ ਬਣੀ ਰਹੇ, ਜਿਹੜੀ, ਉਹਨੂੰ ਆਨੰਦ ਕਹਿੰਦੇ ਨੇ। ਸਾਹਿਬ ਕਹਿੰਦੇ ਸਤ ਸੰਗਤ ਵਿੱਚ ਆ ਕੇ ਸਹਿਜ ਪੈਦਾ ਹੋਇਆ, ਆਨੰਦ ਪੈਦਾ ਹੋ ਗਿਆ। ਅਨਹਦ ਧੁਨ ਬਾਣੀ, ਅਨਹਦ ਦਾ ਅਰਥ ਦੋ ਤਰ੍ਹਾਂ ਦੇ ਨਾਦ ਨੇ। ਇੱਕ ਨਾਦ ਨੇ ਜਿਹੜੇ ਦੋ ਚੀਜ਼ਾਂ ਦੇ ਟਕਰਾਅ ਤੋਂ ਪੈਦਾ ਹੁੰਦੇ ਨੇ। ਜਿੰਨੀਆਂ ਆਵਾਜ਼ਾਂ ਨੇ ਇਹ ਦੋ ਚੀਜ਼ਾਂ ਦੇ ਟਕਰਾਅ ਤੋਂ ਪੈਦਾ ਹੁੰਦੀਆਂ ਨੇ। ਸਾਜ਼ ਵੱਜਦੇ ਨੇ, ਢੋਲਕੀ ਤੇ ਹੱਥ ਮਾਰੋ, ਤਬਲੇ ਤੇ ਹੱਥ ਮਾਰੋ ਤਾਂ ਹੀ ਆਵਾਜ਼ ਨਿਕਲਦੀ, ਉੱਦਾਂ ਤਾਂ ਨਹੀਂ ਨਿਕਲੇਗੀ। ਹਾਰਮੋਨੀਅਮ ਦਾ ਪੱਖਾ ਫੇਰਦੇ, ਹਵਾ ਜਾਂਦੀ ਹੈ ਅੰਦਰ, ਸੁਰਾਂ ਦੇ ਨਾਲ ਟਕਰਾਉਂਦੀ ਤਾਂ ਆਵਾਜ਼ ਨਿਕਲਦੀ ਹੈ। ਬੰਸਰੀ ਵਜਾਉਂਦੇ, ਫੂਕ ਮਾਰਦੇ ਤਾਂ ਆਵਾਜ਼ ਨਿਕਲਦੀ। ਅਸੀਂ ਬੋਲਦੇ ਹਾਂ, ਸਾਡੀ ਜੀਭ ਕਦੀ ਤਾਲੂ ਨਾਲ ਲੱਗਦੀ ਹੈ, ਕਦੀ ਹੋਠਾਂ ਨਾਲ ਲੱਗਦੀ, ਕਦੀ ਹੇਠਾਂ ਉੱਪਰ ਜਾਂਦੀ ਤਾਂ ਆਵਾਜ਼ ਨਿਕਲਦੀ, ਉਵੇਂ ਨਹੀਂ ਨਿਕਲੇਗੀ। ਜੇ ਜੀਭ ਨਾ ਹੋਏ ਤੇ ਵਿੱਚੋਂ ਕੋਈ ਸ਼ਬਦ ਨਹੀਂ ਨਿਕਲੇਗਾ। ਸਾਡੇ ਜੀਭ ਨਾ ਹੋਏ ਤੇ ਸ਼ਬਦ ਨਹੀਂ ਨਿਕਲੇਗਾ। ਇਸੇ ਤਰੀਕੇ ਦੇ ਨਾਲ ਉਹ ਨਾਦ ਜਿਹੜਾ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ, ਉਹਨੂੰ ਆਹਤ ਕਹਿੰਦੇ ਨੇ। ਇੱਕ ਹੁੰਦਾ ਅਨਾਹਤ, ਅਨਹਦ ਵੀ ਇਹਨੂੰ ਕਹਿੰਦੇ ਨੇ। ਅਨਹਦ ਜਿੱਥੇ ਕਿਸੇ ਦੋ ਚੀਜ਼ਾਂ ਦੇ ਟਕਰਾਅ ਦੀ ਲੋੜ ਨਹੀਂ, ਯਤਨ ਦੀ ਲੋੜ ਨਹੀਂ। ਇੱਕ ਤੇ ਅਸੀਂ ਕਹਿੰਦੇ ਹਾਂ ਯਤਨ ਕਰਦੇ ਬੋਲਦੇ ਵਾਹਿਗੁਰੂ, ਜਾਂ ਰੱਬ ਨੂੰ ਚੇਤੇ ਕਰਦੇ ਹਾਂ, ਬਾਣੀ ਪੜ੍ਹਦੇ ਹਾਂ। ਲੇਕਿਨ ਸਤ ਸੰਗਤ ਵਿੱਚ ਆ ਕੇ ਜਦੋਂ ਸਹਿਜ ਪੈਦਾ ਹੋਇਆ, ਉਦੋਂ ਬਾਅਦ ਕੀ ਹੋਇਆ? ਸਤਿਗੁਰੂ ਜੀ ਕਹਿੰਦੇ ਨੇ ਅਨਹਦ ਧੁਨ ਬਾਣੀ ਬਹੁਰ ਨਾ ਪਏ ਵਿਖਾਤ। ਸਾਡੇ ਅੰਦਰ ਅਨਹਦ ਧੁਨ ਪੈਦਾ ਹੋ ਗਈ, ਲਗਾਤਾਰ ਰੱਬ ਦੀ ਸਿਫਤ ਸਲਾਹ ਸ਼ੁਰੂ ਹੋ ਗਈ। ਸਾਡੇ ਮਨ 'ਚ ਤੇ ਹਮੇਸ਼ਾ ਮਨ ਨੂੰ ਰੱਬ ਰੱਬ ਹੀ ਕਰਦਾ ਜਾਂਦਾ। ਅਸੀਂ ਬੋਲਦੇ ਨਹੀਂ ਹੈ, ਬੋਲਣ ਦੇ ਲਈ ਯਤਨ ਵੀ ਨਹੀਂ ਕਰਦੇ। ਸੁੱਤੇ ਪਏ ਵੀ ਉਠਤ ਬੈਠਤ ਸੋਵਤ ਤੇ ਆਈਏ, ਸੁੱਤਿਆਂ ਪਏ ਵੀ ਰੱਬ ਨੂੰ ਚੇਤੇ ਕਰ ਰਹੇ ਸੀ। ਸੁੱਤੇ ਪਏ ਸਾਡੀ ਸੁਰਤ ਵੀ ਉਧਰ ਹੈ, ਪਰ ਇਹ ਕਦੋਂ ਬਣੇਗੀ ਅਵਸਥਾ? ਜਦੋਂ ਅਸੀਂ ਸਤ ਸੰਗਤ ਰਾਹੀਂ ਸੁਰਤ ਇੱਕ ਪ੍ਰਮਾਤਮਾ ਦੇ ਪਿਆਰ ਜੁੜਾਂਗੇ, ਸਹਿਜ ਵਿੱਚ ਆਵਾਂਗੇ, ਫਿਰ ਸਾਡੇ ਅੰਦਰ ਉਹ ਜਿਹੜੀ ਨਾ ਅਨਹਦ ਨਾਦ ਸ਼ੁਰੂ ਹੋ ਜਾਏਗਾ। ਸਾਡੇ ਅੰਦਰ ਲਗਾਤਾਰ ਰੱਬ ਦੀ ਇੱਕ ਯਾਦ ਸ਼ੁਰੂ ਹੋ ਜਾਏਗੀ, ਰੱਬ ਦਾ ਪਿਆਰ ਸ਼ੁਰੂ ਹੋ ਜਾਏਗਾ। ਅਸੀਂ ਉਸ ਰੱਬੀ ਯਾਦ ਵਿੱਚ ਅੰਦਰੋਂ ਚਾਹ ਦੇ ਨਾਲ ਭਰੇ ਰਵਾਂਗੇ ਹਰ ਵੇਲੇ। ਦੇਖੋ ਕੋਈ ਖੁਸ਼ੀ ਦਾ ਮੌਕਾ ਹੋਏ ਨਾ, ਖੁਸ਼ੀ ਦੇ ਮੌਕੇ ਤੇ ਅਸੀਂ ਮੁਖ ਤੋਂ ਕੁਝ ਨਹੀਂ ਬੋਲਦੇ, ਕੋਈ ਸਾਨੂੰ ਕਹਿੰਦਾ ਕੋਈ ਨਹੀਂ, ਪਰ ਸਾਡੇ ਅੰਦਰ ਇੱਕ ਸਰੂਰ ਜਿਹਾ ਹੁੰਦਾ। ਸਾਨੂੰ ਕੋਈ ਖੁਸ਼ਖਬਰੀ ਮਿਲ ਜਾਏ, ਸਾਡੇ ਅੰਦਰ ਇੱਕ ਸਰੂਰ ਜਿਹਾ ਹੁੰਦਾ, ਤੇ ਉਵੇਂ ਹੀ ਸਰੀਰ ਨੂੰ ਥਕੇਵਾਂ ਹੀ ਕੋਈ ਨਹੀਂ ਲੱਗਦਾ। ਘਰ 'ਚ ਕੋਈ ਵਿਆਹ ਕਾਰਜ ਹੋਏ ਜਾਂ ਹੋਰ ਕੋਈ ਖੁਸ਼ੀ ਦਾ ਸਮਾਗਮ ਹੋਏ, ਥੱਕਦਾ ਹੀ ਨਹੀਂ ਬੰਦਾ, ਅੰਦਰ ਇੱਕ ਚਾਹ ਜਿਹਾ ਬਣਿਆ ਰਹਿੰਦਾ। ਬਿਲਕੁਲ ਏਦਾਂ ਜਦੋਂ ਅੰਦਰ ਪ੍ਰਮਾਤਮਾ ਦੀ ਯਾਦ ਵਸ ਗਈ, ਇੱਕ ਅਵਸਥਾ ਬਣ ਜਾਂਦੀ ਹੈ, ਬੰਦਾ ਫਿਰ ਚਾਹ 'ਚ ਹੀ ਰਹਿੰਦਾ ਹੈ। ਫਿਰ ਆਹ ਦੁੱਖ ਦੱਖ ਜਿਹੜੇ ਨੇ ਤੁਹਾਡੀ ਫੀਲਿੰਗ 'ਚ ਨੇ, ਜਿਹਨੂੰ ਕਹਿੰਦੇ ਨੇ ਦੁੱਖ ਬਿਮਾਰੀ, ਇਹ ਬਾਹਰੋਂ ਨਹੀਂ ਆਉਂਦੀ, ਇਹ ਸਾਡੇ ਮਨ 'ਚੋਂ ਪੈਦਾ ਹੁੰਦੀ ਹੈ, ਮਨ ਦੀ ਸੋਚ 'ਚੋਂ ਪੈਦਾ ਹੁੰਦੀ ਹੈ। ਹੁਣ ਜਦੋਂ ਸਾਡੀ ਸੋਚ ਵਿੱਚ ਵਸ ਹੀ ਪ੍ਰਮਾਤਮਾ ਗਿਆ, ਫਿਰ ਬਹੁਰ ਨਾ ਪਏ ਬਿਖਾਦ। ਬਿਖਾਦ ਦਾ ਅਰਥ ਹੁੰਦਾ ਹੈ ਦੁੱਖ, ਝਗੜੇ। ਹੁਣ ਕੋਈ ਜ਼ਿੰਦਗੀ 'ਚ ਬਿਖਾਦ ਨਹੀਂ ਹੈ। ਹੁਣ ਤੇ ਜਿੰਨੀ ਮਰਜ਼ੀ ਵੱਡੀ ਮੁਸੀਬਤ ਆ ਜਾਏ, ਬੰਦਾ ਕਹਿੰਦਾ ਦੁੱਖ ਨਹੀਂ, ਸਭ ਸੁੱਖ ਹੀ ਹੈ ਰੇ, ਕੋਈ ਦੁੱਖ ਨਹੀਂ ਹੈ, ਇਹ ਤਾਂ ਸੁੱਖ ਹੀ ਸੁੱਖ ਹੈ। ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ, ਕਿਉਂਕਿ ਮਨ ਦੀ ਇੱਕ ਅਵਸਥਾ ਬਣ ਗਈ।
ਦੇਖੋ ਨਾ, ਅਸੀਂ ਚੰਗੇ ਭਲੇ ਹਾਂ, ਰੱਬ ਨੇ ਬਹੁਤ ਕੁਝ ਦਿੱਤਾ ਹੈ, ਚੰਗੀਆਂ ਕੋਠੀਆਂ ਨੇ, ਗੱਡੀਆਂ ਨੇ, ਕਾਰਾਂ ਨੇ, ਲੇਕਿਨ ਅਸੀਂ ਅੰਦਰੋਂ ਬੜੇ ਤੜਫਦੇ ਹੀ ਰਹਿੰਦੇ ਹਰ ਵੇਲੇ, ਹਾਲਾਂਕਿ ਕਮੀ ਕੋਈ ਨਹੀਂ ਹੈ। ਲੇਕਿਨ ਦੂਜੇ ਬੰਨੇ ਉਹ ਬੰਦੇ ਨੇ ਜਿਹੜੇ ਆਪਾਂ ਦੇਖਦੇ ਤੱਤੀ ਤਵੀ ਤੇ ਬੈਠ ਕੇ ਆਨੰਦ 'ਚ ਹੀ ਬੈਠੇ ਨੇ, ਕਤਲਗਾਹ 'ਚ ਬੈਠੇ ਆਨੰਦ 'ਚ ਬੈਠੇ ਹੋਏ ਨੇ, ਹਾਲਾਂਕਿ ਉਹਨਾਂ ਦਾ ਬੰਦ ਕੱਟਿਆ ਜਾ ਰਿਹਾ ਹੈ, ਉਹ ਕਹਿੰਦੇ ਦੁੱਖ ਹੀ ਕੋਈ ਨਹੀਂ। ਇਹ ਇੱਕ ਤੁਹਾਡੀ ਸੁਰਤ ਦਾ ਲੈਵਲ ਹੈ। ਦੁੱਖ ਨੂੰ ਮਹਿਸੂਸ ਕਰਨਾ ਤੇ ਤੁਸੀਂ ਫੁੱਲਾਂ ਦੀ ਸੇਜ ਤੇ ਬੈਠ ਕੇ ਵੀ ਤੜਫਦੇ ਹੀ ਰਹੋਗੇ, ਤੁਸੀਂ ਕਦੀ ਸੁਖੀ ਨਹੀਂ ਹੋ ਸਕਦੇ। ਲੇਕਿਨ ਜੇ ਤੁਹਾਡੇ ਕੋਲ ਉਹ ਅਵਸਥਾ ਆ ਗਈ ਹੈ ਤੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਕਦੀ ਦੁਖੀ ਨਹੀਂ ਕਰ ਸਕੀ। ਆ ਜਿਹੜੇ ਜ਼ਿੰਦਗੀ 'ਚ ਦੁੱਖ ਆਉਂਦੇ ਨੇ, ਦਰਅਸਲ ਇਹ ਦੁੱਖ ਨਹੀਂ ਹੈ। ਆ ਜਿਹੜੇ ਔਖੇ ਟਾਈਮ ਆਉਂਦੇ ਨੇ, ਦੁੱਖ ਨਹੀਂ ਹੈ। ਇਹ ਤੇ ਉਦਾਂ ਹੀ ਨੇ ਜਿਵੇਂ ਕਿਸੇ ਬੱਚੇ ਦੀ ਜ਼ਿੰਦਗੀ 'ਚ ਇਮਤਿਹਾਨ ਆਉਂਦੇ ਨੇ। ਇਮਤਿਹਾਨ ਨੂੰ ਜੇ ਬੱਚਾ ਦੁੱਖ ਸਮਝੇਗਾ ਤੇ ਉਹਨੇ ਕੱਲ ਨੂੰ ਡਾਕਟਰ ਕੀ ਬਣਨਾ। ਜਿੰਨੇ ਵੱਡੇ ਇਮਤਿਹਾਨ ਪਾਰ ਕਰ ਲਏਗਾ ਉਹਨਾਂ ਹੀ ਉਹ ਵੱਡਾ ਮਹਾਨ ਬਣ ਜਾਏਗਾ, ਉਹਨਾਂ ਐਜੂਕੇਟ ਹੋ ਜਾਏਗਾ, ਡਾਕਟਰ ਬਣ ਜਾਏਗਾ, ਇੰਜੀਨੀਅਰ ਬਣ ਜਾਏਗਾ, ਉਹਨੇ ਉੱਚੇ ਅਹੁਦੇ ਤੇ ਚਲਿਆ ਜਾਏਗਾ ਜਿੰਨੇ ਵੱਡੇ ਇਮਤਿਹਾਨ ਪਾਰ ਕਰ ਲਏਗਾ। ਤੇ ਜੇ ਕਹੇਗਾ ਜੀ ਬੜੀ ਮਾੜੀ ਗੱਲ, ਇਮਤਿਹਾਨ ਆ ਗਿਆ, ਇਹ ਵਾਹਿਗੁਰੂ ਜੀ ਟਲ ਦੇ, ਪੇਪਰ ਹੋਣੇ ਨਹੀਂ ਚਾਹੀਦੇ ਨੇ, ਤੇ ਉਹ ਕਿਹੜਾ ਡਾਕਟਰ ਬਣ ਜਾਏਗਾ। ਸਾਡੀ ਹਾਲਤ ਇਹ ਹੈ ਕਿ ਜੇ ਜ਼ਿੰਦਗੀ 'ਚ ਇਹ ਉਤਰਾਅ ਚੜਾਅ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਦੁੱਖ ਸਮਝ ਲੈਂਦੇ ਹਾਂ। ਦੁੱਖ ਦਾਰੂ ਸੁਖ ਰੋਗ ਪਿਆ। ਦਰਅਸਲ ਇਹ ਸਾਡੇ ਲਈ ਦਾਰੂ ਸਨ। ਸਤਿਗੁਰੂ ਜੀ ਕਹਿੰਦੇ ਜਦੋਂ ਅੰਦਰੋਂ ਸੁਰਤ ਆਨੰਦ ਚਲੀ ਗਈ, ਹੁਣ ਬਾਹਰ ਨਾ ਪਏ ਬਿਖਾਦ। ਮਨ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਬਿਖਾਦ ਨਹੀਂ ਹੈ, ਕੋਈ ਦੁੱਖ ਨਹੀਂ, ਕੋਈ ਦੁੱਖ ਦਾ ਅਸਰ ਹੀ ਨਹੀਂ। ਹੁਣ ਜ਼ਿੰਦਗੀ ਆਨੰਦ ਵਾਲੀ ਬਣ ਗਈ। ਸੰਕਾਦਕ ਬ੍ਰਹਮਾਦਕ ਗਾਵਤ ਗਾਵਤ ਸੁਖ ਪ੍ਰਹਿਲਾਦ। ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ, ਜੇ ਚੇਤੇ ਕਰਨਾ ਰੱਬ ਨੂੰ ਚੇਤੇ ਕਰੋ, ਸਤ ਸੰਗਤ ਰਾਹੀਂ ਉਹਦੇ ਸਿਮਰਨ ਵਿੱਚ ਜੁੜੋ। ਇਹ ਗੁਰਦੇਵ ਕਹਿੰਦੇ ਦੇਖੋ, ਸਨਕਾਦਕ ਬ੍ਰਹਮਾ ਦੇ 4 ਪੁੱਤਰ ਨੇ, ਸੰਤ, ਸੰਤ ਕੁਮਾਰ, ਸਨਕ, ਸਨੰਦਨ ਆਦਿਕ। ਇਹ ਜਿਹੜੇ 4 ਪੁੱਤਰ ਬੜੇ ਵਿਦਵਾਨ ਗਿਣੇ ਗਏ ਨੇ, ਰੱਬ ਦੇ ਭਗਤ ਗਿਣੇ ਗਏ ਨੇ। ਸਤਿਗੁਰੂ ਜੀ ਕਹਿੰਦੇ ਇਹ ਸਨਕ ਆਦਿਕ ਵੀ ਪ੍ਰਮਾਤਮਾ ਨੂੰ ਚੇਤੇ ਕਰਦੇ ਰਹੇ। ਬ੍ਰਹਮਾਦਿਕ, ਬ੍ਰਹਮਾ ਵਰਗੇ ਜਿਹੜੇ ਦੇਵਤੇ ਨੇ, ਬ੍ਰਹਮਾ ਰੱਬ ਦੀ ਬਣਾਈ ਇੱਕ ਸ਼ਕਤੀ ਨੇ, ਉਹ ਕੋਈ ਰੱਬ ਨਹੀਂ ਹੈ। ਰੱਬ ਤਾਂ ਕੇਵਲ ਇੱਕ ਹੀ ਹੈ। ਪਰਮਾਤਮਾ ਨੂੰ ਈਸ਼ਵਰ ਕਹਿ ਲਓ, ਉਹਨੂੰ ਗੋਪਾਲ ਕਹਿ ਲਓ, ਉਹਨੂੰ ਪਰਮਾਤਮਾ ਕਹਿ ਲਓ, ਉਹਨੂੰ ਤੁਸੀਂ ਪ੍ਰਭੂ ਕਹਿ ਲਓ, ਉਹਨੂੰ ਕੋਈ ਨਾਮ ਦੇ ਲਓ, ਰੱਬ ਇੱਕੋ ਹੀ ਹੈ। ਦੇਖੋ ਪਾਣੀ ਹੈ ਨਾ, ਅਸੀਂ ਪਾਣੀ ਕਹਿੰਦੇ ਹਾਂ, ਕਿਤੇ ਜਲ ਵੀ ਕਹਿੰਦੇ ਨੇ, ਕਿਤੇ ਵਾਟਰ ਵੀ ਕਹਿੰਦੇ ਨੇ, ਕਿਤੇ ਨੀਰ ਵੀ ਕਹਿੰਦੇ ਨੇ। ਹਰ ਮੁਲਕ ਦੇ ਵਿੱਚ ਆਪੋ ਆਪਣੇ ਹਿਸਾਬ ਦੀ ਬੋਲੀ ਹੈ। ਕਿਤੇ ਆਬ ਵੀ ਕਹਿੰਦੇ ਨੇ, ਇਹਨੂੰ ਆਬ ਵੀ ਕਹਿੰਦੇ ਨੇ। 5 ਆਬ, ਪੰਜਾਬ ਲਫ਼ਜ਼ ਤੋਂ ਬਣਿਆ 5 ਪਾਣੀਆਂ ਦੀ ਧਰਤੀ। ਹੁਣ ਹੈਗਾ ਤੇ ਪਾਣੀ ਹੈ ਨਾ, ਉਹਨੂੰ ਤੁਸੀਂ ਅੱਲਾ ਕਹਿ ਲਓ, ਉਹਨੂੰ ਰਾਮ ਕਹਿ ਲਓ, ਉਹਨੂੰ ਈਸ਼ਵਰ ਕਹਿ ਲਓ, ਉਹਨੂੰ ਗॉड ਕਹਿ ਲਓ, ਉਹਨੂੰ ਵਾਹਿਗੁਰੂ ਕਹਿ ਲਓ, ਹੈ ਤੇ ਕੋਈ ਹੈ ਪਰਮਾਤਮਾ। ਉਹ ਤੇ ਉਹਨੂੰ ਆਪਾਂ ਆਪੋ ਆਪਣੀ ਬੋਲੀ 'ਚ ਉਹਨੂੰ ਚੇਤੇ ਕਰਦੇ ਹਾਂ। ਉਹ ਪਰਮਾਤਮਾ ਜਿਹੜਾ ਹੈ ਨਾ, ਬ੍ਰਹਮਾਦਿਕ ਦਾ ਅਰਥ ਮੈਂ ਬੇਨਤੀ ਕਰਿਆ ਸਾਂ ਕਿ ਪਰਮਾਤਮਾ ਇੱਕੋ ਹੀ ਹੈ। ਉਹਦੇ ਹੁਕਮ 'ਚ ਕਈ ਬ੍ਰਹਮਾ ਪੈਦਾ ਹੋਏ, ਇੱਕ शिव ਪਏ, एक गए, एक फिर गए पए। रामचंद्र कृष्ण के अवतार भी अनेक हैं। जो जन्म लै ले ना माता के उधर तो वो रब नहीं हो सकता। रब जिहड़ा वो जूना च नहीं हुंदा, वो अजूनी है। ते जे कई कहे जी रब जन्मिया सी और रब सी इन्नी तरीक नूं चलिया गया, वो रब नहीं हो सकता। वो रब दा पैदा कीता जरूर है। इस रब दी धरती विच पता नहीं किन्ने केते कान महेश, केते ब्रह्मे घाड़त घड़िए, रूप रंग के वेश, किन्ने कु ब्रह्मा ने। ब्रह्मा दा असल दरअसल अर्थ की है, इन्हां चीज़ां दे भाव नूं रमज नूं सियाणे लोग समझदे। ब्रह्मा परमात्मा दी एक सिरजनात्मक शक्ति है। ब्रह्मा जी ने कहते ना सृष्टि पैदा की, भाव के परमात्मा की एक सिरजनात्मक शक्ति है, क्रिएटर है, जिहड़ा इस जगत नूं क्रिएट करदी, उस शक्ति नूं ब्रह्मा किया है। हुण गुरबाणी कहंदी हर मनुख ने क्रिएशन करनी है। हर बंदा इस धरती ते कुछ तरक्की करने लई, उन्नति करने लई, कोई काम करने लई आया है। ਇਹਦਾ मतलब हर मनुख के अंदर ब्रह्मा वाले गुण ने। हर बंदा जो कहना केते कान महेश, केते ब्रह्मे घाड़त घड़िए, पता नहीं किन्ने को ब्रह्मा इस धरती ते घाड़त घड़ रहे ने, धरती दे विच कुछ ना कुछ उत्पत्ति कर रहे हैं। इस तरीके नाल जिन्हों आप कहने विष्णु कहते पालते ने, और पालन वाला जिहड़ी एक ड्यूटी है जो सुभाव है रब दा, उन्होंने विष्णु नाम दे दिता गया। इदा शिव जी कहते जी लै करते हैं, जिहड़ी इस जगत नूं समेटण दी ताकत नूं शिव जी कह दिता गया। परमात्मा दे ही वखरे वखरे नाम ने। उदों बाद कुछ गाथावां जिहड़ियां प्रचलित हो गईयां कि कोई देवता है ब्रह्मा, जां किसी नूं ये नहीं पता कि किन्नी तरीक नूं ब्रह्मा दा जन्म होया, किसी नूं कोई नहीं पता। कोई इतिहास नहीं है साडे कोल लिखती, कथा कहानियां बहुत ने। और यह भी है कि नाभ कमल ते ब्रह्मा उपजे, कहंदे नाभ दी
ਕਮਲ ਦੀ ਨਾਲੀ ਵਿੱਚੋਂ ਬ੍ਰਹਮਾ ਪੈਦਾ ਹੋਏ। ਕੋਈ ਤਰੀਕ, ਕੋਈ ਮਾਂ, ਕੋਈ ਬਾਪ ਨਹੀਂ ਹੈ। ਇਸੇ ਤਰੀਕੇ ਦੇ ਨਾਲ ਹੋਰਨਾਂ ਦੇਵਤਿਆਂ ਬਾਰੇ, ਇਹਦਾ ਮਤਲਬ ਕਿ ਉਹ ਰੱਬ ਦੀਆਂ ਜਿਹੜੀਆਂ ਸ਼ਕਤੀਆਂ ਨੇ ਜਾਂ ਰੱਬ ਦੇ ਜਿਹੜੇ ਕੰਮ ਨੇ, ਉਹਨਾਂ ਦਾ ਨਾਮ ਅਸੀਂ ਬ੍ਰਹਮਾ, ਵਿਸ਼ਨੂੰ, ਮਹੇਸ਼ ਰੱਖ ਲਿਆ। ਔਰ ਲੋਕਾਂ ਨੇ ਮੂਰਤਾਂ ਬਣਾਉਣੀਆਂ, ਪੱਥਰ ਦੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਜਿੰਨਾ ਜਿੰਨਾ ਪੱਧਰ ਹੈ ਮਨੁੱਖ ਦਾ, ਉਸ ਹਿਸਾਬ ਨਾਲ ਉਹਨੇ ਮੰਨ ਲਿਆ। ਲੇਕਿਨ ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਹੈ ਕੋਈ ਬ੍ਰਹਮਾ ਜਾਂ ਸ਼ਿਵ ਜੀ ਜਾਂ ਸਨਕਾਦਿਕ, ਉਹ ਰੱਬ ਦੇ ਗੁਣ ਗਾ ਰਹੇ ਨੇ। ਗਾਵਨ ਤੁਧਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਨੂੰ ਈਸ਼ਰ ਬ੍ਰਹਮਾ ਦੇਵੀ, ਈਸ਼ਰ ਬ੍ਰਹਮਾ ਦੇਵੀ ਸਾਰੇ ਰੱਬ ਨੂੰ ਗਾ ਰਹੇ ਨੇ। ਗਾਵਤ ਸੁਖ ਪ੍ਰਹਿਲਾਦ, ਸੁਖਦੇਵ ਮੁਨੀ, ਪ੍ਰਹਿਲਾਦ ਮੁਨੀ, ਇਹ ਸਾਰੇ ਪਰਮਾਤਮਾ ਨੂੰ ਹੀ ਗਾਉਂਦੇ ਨੇ। ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਵਿਸਮਾਦ। ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿ ਪਰਮਾਤਮਾ ਦਾ ਅਮਿਓ ਮੈਣਾ ਅੰਮ੍ਰਿਤ, ਮਨੋਹਰ ਮੈਣਾ ਮਨ ਨੂੰ ਮੋਹ ਲੈਣ ਵਾਲਾ। ਜਦੋਂ ਤੁਸੀਂ ਇੱਕ ਵਾਰੀ ਚੱਖ ਕੇ ਦੇਖੋਗੇ ਤੇ ਤੁਹਾਡਾ ਮਨ ਬਦੋ ਬਦੀ ਉਧਰ ਖਿੱਚਿਆ ਜਾਏਗਾ, ਮੋਹਤ ਹੋ ਜਾਏਗਾ। ਜਦੋਂ ਇਸ ਵਾਹਿਗੁਰੂ ਜੀ ਦੇ ਨਾਮ ਮਨੋਹਰ ਰਸ ਨੂੰ ਜਿਨ੍ਹਾਂ ਨੇ ਪੀ ਲਿਆ, ਮੰਨ ਲਿਆ, ਜਪ ਨਾਨਕ ਹਰ ਬਿਸਮਾਦ। ਸਤਿਗੁਰੂ ਜੀ ਕਹਿੰਦੇ ਉਹ ਬਿਸਮਾਦ ਵਿੱਚ ਚਲੇਗੀ। ਬਿਸਮਾਦ ਉਹ ਅਵਸਥਾ ਹੈ ਜਿਹਦੇ ਪ੍ਰਤਾਏ ਅਸੀਂ ਕੁਛ ਬਿਆਨ ਹੀ ਨਹੀਂ ਕਰ ਸਕਦੇ। ਬਿਸਮਨ ਬਿਸਮ ਭੇ ਬਿਸਮਾਦ, ਜਿਨ ਬੁਝਿਆ ਤਿਸ ਆਇਆ ਸਵਾਦ। ਜਿਨ੍ਹਾਂ ਨੇ ਇਸ ਅਵਸਥਾ ਨੂੰ ਮਾਣਿਆ ਉਹਨਾਂ ਨੂੰ ਪਤਾ ਹੈ। ਜਿਵੇਂ ਗੂੰਗਾ ਮਠਿਆਈ ਖਾ ਲਏ ਲੇਕਿਨ ਸਵਾਦ ਦੱਸ ਨਹੀਂ ਸਕਦਾ। ਬਿਸਮਾਦ ਜਿਹਨੂੰ ਆਪਾਂ ਕਹਿੰਦੇ ਆ, ਕੋਈ ਅਸੀਂ ਬੜੀ ਵਧੀਆ ਚੀਜ਼ ਦੇਖੀਏ, ਹੈਰਾਨਕੁਨ ਨਜ਼ਾਰਾ ਦੇਖੀਏ, ਆਪਾਂ ਕਹਿੰਦੇ ਵਾਹ ਵੰਡਰਫੁਲ। ਉਹ ਜਿਹੜਾ ਵਾਹ ਹੈ ਅੰਦਰੋਂ ਅਸੀਂ ਬਿਸਮਾਦ ਵਿੱਚ ਜਾ ਕੇ ਬੋਲਦੇ ਹਾਂ। ਜਿੱਥੇ ਜਾ ਕੇ ਸਾਡੇ ਕੋਲ ਨਾ ਕੋਈ ਲਫ਼ਜ਼ ਨਹੀਂ ਹੁੰਦਾ, ਆਪਾਂ ਕਹਿੰਦੇ ਵਾਹ, ਕੋਈ ਲਫ਼ਜ਼ ਨਹੀਂ ਹੋਰ ਕੁਝ, ਵਾਹ ਹੀ ਕਹਿੰਦੇ ਆਪਾਂ ਬਸ। ਬਿਸਮਾਦ ਦਰ ਜਿੱਥੇ ਜਾ ਕੇ ਅਸੀਂ ਆਸ਼ਚਰਜ ਅਵਸਥਾ 'ਚ ਪਹੁੰਚ ਜਾਈਏ, ਉਸ ਵਾਹਿਗੁਰੂ ਜੀ ਦੇ ਪ੍ਰਭੂ ਦੇ ਰੰਗ ਵਿੱਚ, ਰਸ ਵਿੱਚ, ਦੀਦਾਰ 'ਚ ਜੁੜ ਜਾਈਏ, ਜਿਹਨੂੰ ਅਸੀਂ ਲਫ਼ਜ਼ਾਂ ਨਾਲ ਬਿਆਨ ਹੀ ਨਹੀਂ ਕਰ ਸਕਦੇ, ਜਿਹਨੂੰ ਅਸੀਂ ਕਿਸੇ ਤਰੀਕੇ ਦੇ ਨਾਲ ਵਰਣਨ ਨਹੀਂ ਕਰ ਸਕਦੇ। ਪਰ ਸਤਿਗੁਰੂ ਜੀ ਕਹਿੰਦੇ ਕਿਵੇਂ ਹੋਏਗਾ? ਕੇਵਲ ਜਦੋਂ ਇੱਕ ਪਰਮਾਤਮਾ ਦੇ ਪਿਆਰ ਜੁੜਾਂਗੇ। ਤੇ ਉਹ ਜੁੜਨ ਦੇ ਲਈ ਤਰੀਕਾ ਹੈ ਸਾਧ ਸੰਗਤ। ਸਾਧ ਸੰਗਤ ਰਾਹੀਂ ਪਰਮਾਤਮਾ ਦੇ ਪਿਆਰ ਜੁੜਾਂਗੇ। ਆ ਜਿਹੜਾ ਨਾ ਸਾਡਾ ਇੱਕ ਖਿਆਲ ਕਿ ਮਾਇਆ ਰੋਕਦੀ, ਵਾਕਈ ਰੋਕਦੀ ਹੈ ਮਾਇਆ। ਫਿਰ ਸਾਧ ਸੰਗਤ ਰਾਹੀਂ ਜੁੜਾਂਗੇ ਤੇ ਇਹ ਮਾਇਆ ਦੇ ਸਾਰੇ ਨਸ਼ੇ ਆਪਣੇ ਆਪ ਲੱਥ ਜਾਣਗੇ। ਸਾਡੇ ਅੰਦਰ ਆਨੰਦ, ਇੱਕ ਅਨਹਦ ਪੈਦਾ ਹੋ ਜਾਏਗਾ। ਉਸ ਰਸ ਨੂੰ ਮਾਣਦੇ ਮਾਣਦੇ ਅਸੀਂ ਬਿਸਮਾਦ ਵਿੱਚ ਚਲੇ ਜਾਵਾਂਗੇ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਪਾਵਨ ਬਚਨ ਸਾਡੇ ਹਿਰਦਿਆਂ 'ਚ ਵਸਣ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕਰਨ। ਬੇਨਤੀ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਹਿਲਾ ਪ੍ਰਕਾਸ਼ ਪੁਰਬ ਗੁਰੂ ਕੀਆਂ ਸੰਗਤਾਂ ਆਉਣ ਵਾਲੀ 7 ਤਰੀਕ ਨੂੰ ਬੜੇ ਪਿਆਰ ਨਾਲ ਮਨਾ ਰਹੀਆਂ ਨੇ। ਬੜੇ ਸੋਹਣੇ ਪ੍ਰੋਗਰਾਮ ਪ੍ਰਬੰਧਕ ਜਨਾਂ ਨੇ ਉਲੀਕੇ ਨੇ। ਆਪ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਇਸ ਪਾਵਨ ਪੁਰਬ ਦੇ ਸਮਾਗਮ ਵਿੱਚ ਹਾਜ਼ਰ ਹੋ ਕੇ ਸੇਵਾ ਕਰਕੇ ਲਾਹਾ ਪ੍ਰਾਪਤ ਕਰੋ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।